ਵਾਹਿ ਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਦਾ ਦਿਹਾੜਾ ਹੈ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ ਅਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਜੋ ਆਪਾਂ ਨੂੰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੋ ਸਾਨੂੰ ਇਸ ਸੰਸਾਰ ਦੇ ਵਿੱਚ ਆ ਕੇ ਸਮਝਾਏ। ਮਹਾਰਾਜ ਦੱਸਦੇ ਵੀ ਸਮੇਂ ਸਮੇਂ ਮੁਤਾਬਕ ਅਕਾਲ ਪੁਰਖ ਪਰਮੇਸ਼ਰ ਅਵਤਾਰਾਂ ਨੂੰ ਭੇਜਦੇ ਰਹੇ, ਸਾਨੂੰ ਭੁੱਲੇ ਹੋਏ ਜੀਵਾਂ ਨੂੰ ਸਮਝਾਉਣ ਵਾਸਤੇ, ਆਪਦਾ ਸੰਦੇਸ਼ਾ ਦੇਣ ਵਾਸਤੇ। ਕਾਲਯੁਗ ਦੇ ਸਮੇਂ ਦੇ ਵਿੱਚ ਪਹਿਲੀ ਵਾਰ ਸਤਿਗੁਰ ਦਾ ਖਿਤਾਬ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਸੰਸਾਰ ਦੇ ਵਿੱਚ ਭੇਜੀ। ਮਹਾਰਾਜ ਦੱਸਦੇ ਵੀ ਸਤਿਗੁਰਾਂ ਦਾ ਪ੍ਰਕਾਸ਼ ਉਹ ਨਾਮ ਦੇ ਵਿੱਚੋਂ ਕਰਾਇਆ ਕਿ ਸਿੱਧਾ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਨਾਮ 'ਚੋਂ ਪ੍ਰਗਟ ਕਰਕੇ
ਇਹ ਸੰਸਾਰ ਦੇ ਵਿੱਚ ਸਤਿਗੁਰ ਦਾ ਖਿਤਾਬ ਦੇ ਕੇ ਭੇਜੇਗੀ। ਮਾਰੇ ਫਰਮਾਉਂਦੇ ਜਿਨ ਕੋ ਸਤਿਗੁਰ ਥਾਪਿਆ ਤੈਨ ਮੇਟ ਨ ਸਕੇ ਕੋਈ, ਉਹਨਾਂ ਅੰਤਰ ਨਾਮ ਨਿਧਾਨ ਹੈ ਨਾਮੋਂ ਪ੍ਰਗਟ ਹੋਈ। ਬਈ ਨਾਮ ਦੇ ਵਿੱਚ ਉਹਨਾਂ ਨੂੰ ਪ੍ਰਗਟ ਕਰਕੇ ਸੰਸਾਰ 'ਚ ਭੇਜਿਆ ਗਿਆ। ਕਾਹਦੇ ਵਾਸਤੇ? ਬਈ ਸਾਨੂੰ ਭੁੱਲੇ ਭਟਕੇ ਹੋਏ ਜੀਵਨ ਨੂੰ ਉਹ ਨਾਮ ਦਾ ਭੇਤ ਦੇਣਗੇ, ਸੱਚ ਦਾ ਸਾਡੇ ਮੂਲ ਦਾ ਭੇਤ ਦੇਣਗੇ। ਅਤੇ ਜੋ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਦੇ ਵਿੱਚ ਡੁੱਬ ਰਹੇ, ਸਾਨੂੰ ਇੱਥੋਂ ਕੱਢ ਕੇ ਆਪਣੇ ਦੇਸ਼ ਪਰਲੋਕ ਪਹੁੰਚਾ ਦੇਣਗੇ। ਇਸ ਵਾਸਤੇ ਉਹਨਾਂ ਦਾ ਸੰਸਾਰ ਦੇ ਵਿੱਚ ਪ੍ਰਕਾਸ਼ ਹੋਇਆ। ਮਾਰੇ ਫਰਮਾਉਂਦੇ ਪ੍ਰਥਮੇ ਨਾਨਕ ਚੰਦ, ਜਗਤ ਭਇਓ ਆਨੰਦ, ਵਾਰਨ ਮਨੁੱਖ ਜਨ ਕੀਓ ਪ੍ਰਗਾਸ। ਬਈ ਸਾਨੂੰ ਜੀਵਨ ਨੂੰ ਤਾਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਇਸ ਲੋਕ ਇਹ ਸੰਸਾਰ ਦੇ ਵਿੱਚ ਹੋਇਆ। ਹੁਣ ਜਦੋਂ ਸੰਸਾਰ ਦੇ ਵਿੱਚ ਆਏ, ਮਾਲਕ ਆਪ ਹੀ ਆਏ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ। ਮਾਰੇ ਸੱਚੇ ਪਾਤਸ਼ਾਹ ਆਪਾਂ ਨੂੰ ਫਿਰ ਸਮਝਾਉਂਦੇ, ਨਿਰੰਕਾਰ ਆਕਾਰ ਹੈ ਆਪੇ। ਬਈ ਨਿਰੰਕਾਰ ਆਪ ਹੀ ਆਕਾਰ ਦੇ ਵਿੱਚ ਪ੍ਰਗਟ ਹੋਏ। ਸਤਿਗੁਰ ਦਾ ਖਿਤਾਬ ਦਿੱਤਾ ਗਿਆ ਉਹਨਾਂ ਨੂੰ, ਜੋ ਖਿਤਾਬ ਅਕਾਲ ਪੁਰਖ ਪਰਮੇਸ਼ਰ ਨੂੰ ਸਤਿਗੁਰ ਦਾ, ਉਹੀਓ ਸਤਿਗੁਰ ਦਾ ਖਿਤਾਬ ਉਹਨਾਂ ਨੂੰ ਦਿੱਤਾ ਗਿਆ ਗੁਰੂ ਨਾਨਕ ਪਾਤਸ਼ਾਹ। ਔਰ ਇਸ ਸੰਸਾਰ ਦੇ ਵਿੱਚ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ, ਕਾਹਦੇ ਵਾਸਤੇ ਹੋਇਆ? ਵੀ ਸਾਨੂੰ ਜੀਵਨ ਨੂੰ ਸਮਝਾਉਣ ਵਾਸਤੇ, ਉਪਦੇਸ਼ ਦੇਣ ਵਾਸਤੇ। ਹੁਣ ਜਦੋਂ ਆਏ ਸਤਿਗੁਰ ਨੂੰ, ਜਿਨ੍ਹਾਂ ਨੂੰ ਮਾਲਕ ਥਾਪ ਕੇ ਭੇਜਦਾ ਹੈ, ਉਹ ਮਾਲਕ ਦਾ ਹੀ ਰੂਪ, ਉਹਨਾਂ ਨੂੰ ਭਗਤੀ ਦੀ ਲੋੜ ਨਹੀਂ, ਕਿਉਂਕਿ ਉਹ ਪਹਿਲਾਂ ਹੀ ਮਾਲਕ ਦੇ ਵਿੱਚ ਸਮਾਏ ਹੁੰਦੇ। ਜਿਵੇਂ ਸਾਡਾ ਜਿਹੜਾ ਮਨ ਹੈ, ਇਹਦਾ ਜਨਮ ਪੰਜਾਂ ਤੱਤਾਂ ਤੋਂ ਹੁੰਦਾ। ਸਤਿਗੁਰ ਨੂੰ ਨਾਮ ਦੇ ਵਿੱਚੋਂ ਪ੍ਰਗਟ ਕੀਤਾ ਜਾਂਦਾ। ਹੁਣ ਜਦੋਂ ਸੰਸਾਰ 'ਚ ਆਈ, ਥੋੜ੍ਹੇ ਜਿਹੇ ਵੱਡੇ ਹੋਏ, ਮਾਤਾ ਪਿਤਾ ਨੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਬੱਚਾ ਵੱਡਾ ਹੋ ਗਿਆ, ਹੁਣ ਪੜ੍ਹਨ ਲੱਗ, ਸਕੂਲ ਭੇਜ, ਉਹਨਾਂ ਨੂੰ ਸਕੂਲ ਭੇਜਿਆ ਗਿਆ ਪਾਂਧੇ ਵਾਸ ਪੜ੍ਹਨ ਲਈ। ਹੁਣ ਜਦੋਂ ਪਾਂਧੇ ਕੋਲ ਗਏ ਨੇ, ਉਹਨੂੰ ਪਾਂਧਾ ਸੀ ਜਿਹੜਾ, ਉਹ ਸੰਸਾਰ ਦੀ ਵਿਦਿਆ ਪੜ੍ਹਿਆ ਹੋਇਆ ਸੀ, ਸੰਸਾਰ ਦਾ ਗਿਆਨ ਸੀ ਉਹਨੂੰ। ਗੁਰੂ ਨਾਨਕ ਪਾਤਸ਼ਾਹ ਸਰਬ ਕਲਾ ਸੰਪੂਰਨ, ਜਦੋਂ ਪੜ੍ਹਾਉਣ ਲੱਗੇ ਵੀ ਉਦੋਂ ਉਰਦੂ ਦੀ ਭਾਸ਼ਾ ਸੀ। ਬਈ ਬੋਲੋ ਅਲਫ ਇੱਕ, ਮਹਾਰਾਜ ਬੋਲੇ। ਫਿਰ ਉਹ ਅੱਗੇ ਬੋਲੇ ਵੀ ਬੋਲੋ ਦੋ, ਮਹਾਰਾਜ ਬੋਲੇ ਨਹੀਂ ਰੋਗੇ। ਉਹਨਾਂ ਨੇ ਪਾਂਧੇ ਨੂੰ ਸਵਾਲ ਕਰਤਾ ਵੀ ਪਹਿਲਾਂ ਤੁਸੀਂ ਇੱਕ ਦਾ ਤਾਂ ਭੇਦ ਨਹੀਂ ਦਿੱਤਾ, ਬਈ ਪਹਿਲਾਂ ਇਹ ਇੱਕ ਬਾਰੇ ਦੱਸੋ, ਵੀ ਅੱਗੇ ਫਿਰ ਚੱਲਾਂਗੇ। ਬਈ ਜੋ ਇੱਕ ਹੈ ਉਹ ਮਾਲਕ ਹੈ, ਨਿਰੰਕਾਰ ਪਰਮੇਸ਼ਰ। ਬਈ ਜਿਹੜਾ ਉਹ ਆਕਾਰ ਦੇ ਵਿੱਚ ਅੱਗੇ ਨਿਰੰਕਾਰ ਤੋਂ ਆਕਾਰ ਪ੍ਰਗਟ ਹੋਏ। ਹੁਣ ਤੁਸੀਂ ਪਹਿਲਾਂ ਇਹ ਇੱਕ ਦਾ ਗਿਆਨ ਦਿਓ, ਬਈ ਕਿਵੇਂ ਮਾਲਕ ਨਿਰੰਕਾਰ ਤੋਂ ਆਕਾਰ ਵਿੱਚ ਆਏ ਨੇ, ਕਿਵੇਂ ਅਦ੍ਰਿਸ਼ ਤੋਂ ਦ੍ਰਿਸ਼ਟਮਾਨ ਦੇ ਵਿੱਚ ਆਏ, ਕਿਵੇਂ ਸੂਖਮ ਤੋਂ ਸਥੂਲ ਪ੍ਰਗਟ ਹੋਏ,
ਕਿਵੇਂ ਨਿਰੰਕਾਰ ਤੋਂ ਆਕਾਰ ਪ੍ਰਗਟ ਹੋਇਆ। ਜਦੋਂ ਪਾਂਧੇ ਨੂੰ ਇਹ ਸਵਾਲ ਕੀਤੇ ਮਹਾਰਾਜ ਨੇ, ਹੁਣ ਉਹ ਸਿਰਫ ਇਸ ਸੰਸਾਰ ਦੀ ਪੜ੍ਹਾਈ ਜਾਣਦਾ ਸੀ, ਉਹਨੂੰ ਨਹੀਂ ਸੀ ਭੇਜਦੇ ਸਾਰਾ। ਇਹ ਜੋ ਮਹਾਰਾਜ ਨੇ ਸਵਾਲ ਕੀਤੇ, ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ, ਬ੍ਰਹਮ ਵਿਦਿਆ। ਹੁਣ ਉਹ ਸਿਰਫ ਇਸ ਸੰਸਾਰ ਦੀ ਵਿਦਿਆ ਜਾਣਦਾ ਸੀ। ਉਹਨੇ ਉਹਨਾਂ ਨੂੰ ਬਾਂਹ ਤੋਂ ਫੜਿਆ ਤੇ ਉਹਨਾਂ ਦੇ ਘਰ ਆ ਕੇ ਛੱਡ ਕੇ ਚਲੇ ਗਏ। ਪਿਤਾ ਜੀ ਨੂੰ ਕਹਿਣ ਲੱਗੇ ਵੀ ਇਹ ਪਹਿਲਾਂ ਹੀ ਪੜ੍ਹੇ ਹੋਏ, ਬਈ ਇਹ ਸੰਸਾਰ ਦੇ ਵਿੱਚ ਮਾਲਕ ਨੇ ਕਿਸੇ ਇਹਨਾਂ ਨੂੰ ਖਾਸ ਮਕਸਦ ਵਾਸਤੇ ਭੇਜੇ, ਬਈ ਇਹ ਮੇਰੇ ਤੋਂ ਵੱਧ ਜਾਣਦੇ, ਵੀ ਮੈਂ ਇਹਨਾਂ ਨੂੰ ਪੜ੍ਹਾ ਨਹੀਂ ਸਕਦਾ। ਹੁਣ ਮਹਾਰਾਜ ਨੇ ਵੀ ਤਾਂ ਉਹਨਾਂ ਕੋਲ ਹੀ ਸਵਾਲ ਕੀਤੇ ਸੀ ਵੀ ਇਹ ਸੰਸਾਰ ਦੇ ਵਿੱਚ ਵੀ ਇਹਨਾਂ ਨੂੰ ਜੀਵ ਇਹਨਾਂ ਦਾ ਸਤਿਕਾਰ ਕਰਦੇ ਨੇ, ਵੀ ਇਹ ਟੀਚਰ ਨੇ, ਪਾਂਧੇ ਨੇ, ਬਈ ਜੇ ਇਹਨਾਂ ਨੂੰ ਸਮਝ ਲੱਗੇਗੀ ਤੇ ਅੱਗੇ ਇਹ ਜੀਵਾਂ ਨੂੰ ਗਿਆਨ ਹੋ ਸਕਦਾ, ਵੀ ਅੱਗੇ ਇਹ ਖੇਲ ਸ਼ੁਰੂ ਹੋ ਸਕਦਾ। ਪਰ ਉਹ ਪਾਂਧੇ ਨੇ ਅੱਗੇ ਕੋਈ ਗੱਲ ਛੇੜੀ ਨਹੀਂ, ਉਹਨੇ ਚਲਾਈ ਨਹੀਂ। ਫਿਰ ਸਮਾਂ ਬੀਤ ਗਿਆ ਥੋੜ੍ਹਾ। ਇੱਕ ਦਿਨ ਮਹਾਰਾਜ ਜਿਵੇਂ ਬੱਚੇ ਖੇਡਦੇ ਇਸੇ ਤਰ੍ਹਾਂ ਹੀ ਬਾਹਰੋਂ ਆਏ, ਆ ਕੇ ਮੰਜੇ 'ਤੇ ਡਿੱਗ ਪਏ। ਜਿਹੜੇ ਉਹਨਾਂ ਦੇ ਹੱਥ ਪੈਰ ਸੀ ਉਹ ਮੁੜਨੇ ਸ਼ੁਰੂ ਹੋ ਗਏ। ਮਾਤਾ ਜੀ ਨੇ ਜਦੋਂ ਇਹ ਹਾਲਤ ਦੇਖੀ, ਉਸ ਸਮੇਂ ਵੀ ਜਿਵੇਂ ਹੁਣ ਸੰਸਾਰ 'ਚ ਜੀਵਾਂ ਨੂੰ ਬਹੁਤ ਵਹਿਮ ਭਰਮ, ਬਈ ਇਹਨਾਂ ਨੂੰ ਕੋਈ ਭੂਤ ਪ੍ਰੇਤ ਨਾ ਚੁੰਬੜ ਗਿਆ ਹੋਵੇ, ਕੋਈ ਛਾਇਆ ਨਾ ਹੋ ਗਈ ਹੋਵੇ, ਇਸੇ ਤਰ੍ਹਾਂ ਹੀ ਉਦੋਂ ਵੀ ਬਹੁਤ ਵਹਿਮ ਭਰਮ ਸੀ। ਉੱਥੇ ਫਿਰ ਜਿਹੜਾ ਮੌਲਵੀ ਸੀ ਇੱਕ, ਉਹਨੂੰ ਬੁਲਾਇਆ ਕਿ ਜਿਹੜਾ ਜੰਤਰ ਮੰਤਰ ਕਰਦਾ ਸੀ। ਜਦੋਂ ਆਇਆ, ਉਹਨੇ ਆਪਦਾ ਜਿਹੜਾ ਜੰਤਰ ਮੰਤਰ ਸੀ ਉਹ ਸਾਰਾ ਕੀਤਾ ਤੇ ਉਹਨਾਂ ਦੀ ਹਾਲਤ ਦੇ ਵਿੱਚ ਕੋਈ ਸੁਧਾਰਨ ਆਇਆ। ਉਵੇਂ ਉਹ ਆਖਣ ਲੱਗਿਆ ਵੀ ਬਹੁਤ ਵੱਡਾ ਪੀਰ, ਵੀ ਮੇਰੇ ਵੱਸ ਦੀ ਗੱਲ ਨਹੀਂ ਹੈ। ਉਹ ਕਹਿ ਕੇ ਚਲੇ ਗਏ। ਫਿਰ ਉਹਦੇ ਵੈਦ ਨੂੰ ਬੁਲਾਇਆ ਗਿਆ। ਜਦੋਂ ਉਸੇ ਵੈਦ ਨੂੰ ਬੁਲਾਇਆ ਗਿਆ, ਵੈਦ ਆਇਆ, ਉਹਨੇ ਫਿਰ ਨਬਜ਼ ਦੇਖੀ, ਬਾਂਹ ਫੜ ਕੇ ਸਤਿਗੁਰਾਂ 'ਚ। ਉਸ ਸਮੇਂ ਜਿਹੜੇ ਵੈਦ ਹੁੰਦੇ ਸੀ ਉਹ ਨਬਜ਼ ਦੇਖ ਕੇ ਦੱਸ ਦਿੰਦੇ ਸੀ ਵੀ ਕੀ ਰੋਗ ਆ, ਉਹਨਾਂ ਦਾ ਤਜਰਬਾ ਹੁੰਦਾ ਸੀ। ਉਹ ਜਦੋਂ ਆ ਕੇ ਉਹਨਾਂ ਨੇ ਬਾਂਹ ਪਕੜ ਕੇ ਦੇਖਿਆ ਨਬਜ਼, ਜਿਹਨੂੰ ਮਾਰੇ ਗੁਰਬਾਣੀ 'ਚ ਕਹਿੰਦੇ ਨੇ, ਵੈਦ ਬੁਲਾਏ ਵੈਦ ਕੀ ਪਕੜ ਢੰਡੋਲੇ ਬਾਂਹ, ਬਈ ਉਹ ਵੈਦ ਨੂੰ ਬੁਲਾਇਆ ਗਿਆ। ਉਹਨਾਂ ਨੇ ਬਾਂਹ ਪਕੜ ਕੇ ਜਦੋਂ ਦੇਖੀ, ਉਹ ਆਖਣ ਲੱਗਿਆ ਵੀ ਜਿਹੜਾ ਮੇਰਾ ਹੁਣ ਤੱਕ ਦਾ ਤਜਰਬਾ ਹੈ, ਬਈ ਇਹਨਾਂ ਨੂੰ ਕੋਈ ਰੋਗ ਨਹੀਂ ਹੈ, ਸਰੀਰ ਦੇ ਵਿੱਚ ਇਹਨਾਂ ਦੇ ਕੋਈ ਰੋਗ ਨਹੀਂ, ਬਿਲਕੁਲ ਠੀਕ ਨੇ। ਮਾਤਾ ਜੀ ਫਿਰ ਪੁੱਛਣ ਲੱਗੇ ਵੀ ਜੇ ਇਹਨਾਂ ਨੂੰ ਕੋਈ ਰੋਗ ਨਹੀਂ ਤੇ ਫਿਰ ਇਹਨਾਂ ਦੀ ਇੱਦਾਂ ਦੀ ਹਾਲਤ ਕਾਹਤੋਂ ਹੋ ਗਈ ਹੈ। ਫਿਰ ਉਹ ਵੈਦ ਗੁਰੂ ਨਾਨਕ ਦੇਵ ਜੀ ਤੋਂ ਪੁੱਛਣ ਲੱਗੇ ਵੀ ਸਾਨੂੰ ਤੁਹਾਡਾ ਰੋਗ ਦੀ ਇੱਦਾਂ ਸਮਝ ਨਹੀਂ ਆਉਂਦੀ, ਵੀ ਤੁਸੀਂ ਬੋਲ ਕੇ ਦੱਸੋ ਤੁਹਾਨੂੰ ਕੀ ਰੋਗ ਹੈ। ਇਸੇ ਇੰਤਜ਼ਾਰ 'ਚ ਹੀ ਗੁਰੂ ਨਾਨਕ ਪਾਤਸ਼ਾਹ ਬੈਠੇ ਸੀ ਨਿਜ ਮਹਿਲ 'ਚ ਉੱਪਰ, ਬਈ ਇਹ ਵੈਦ ਹੈ, ਜੀਵੇ ਦੇ ਕੋਲ ਲੋਕ ਬਹੁਤ ਆਉਂਦੇ, ਆਪਦੇ ਰੋਗਾਂ ਦਾ ਦਾਰੂ ਲੈਣ ਵਾਸਤੇ। ਔਰ ਜੇ ਵੈਦ ਨੂੰ ਸਮਝ ਲੱਗ ਜੇ ਵੀ ਅਸਲ ਰੋਗ ਸ਼ੁਰੂ ਕਿੱਥੋਂ ਹੁੰਦਾ, ਫਿਰ ਅੱਗੇ ਜੀਵਾਂ ਨੂੰ ਸਮਝ ਲੱਗ ਸਕਦੀ, ਵੀ ਉਹਨਾਂ ਨੂੰ ਭੇਤ ਆ ਸਕਦਾ। ਹੁਣ ਜਿਉਂ ਹੀ ਵੈਦ ਨੇ ਪੁੱਛਿਆ ਤੇ ਮਹਾਰਾਜ ਨੇ ਅੱਖਾਂ ਖੋਲ੍ਹੀਆਂ, ਨੇਤਰ ਖੋਲ੍ਹੇ। ਜਦੋਂ ਸਤਿਗੁਰਾਂ ਨੇ ਨੇਤਰ ਖੋਲ੍ਹੇ, ਮਾਲਕ ਦੇ ਰੰਗ ਦੇ ਵਿੱਚ ਰੰਗੇ ਹੋਏ,
ਫਿਰ ਜੋ ਵਿਚਾਰ ਵੈਦ ਦੇ ਨਾਲ ਉਹਨਾਂ ਦੀ ਹੋਈ ਗੁਰੂ ਨਾਨਕ ਦੇਵ ਜੀ ਦੀ, ਉਹ ਗੁਰਬਾਣੀ ਗੁਰੂ 'ਚ ਦਰਜ ਕੀਤੀ। ਵੈਦ ਪੁੱਛਣ ਲੱਗੇ ਬਈ ਦੋਸਤੋ ਤੁਹਾਨੂੰ ਕੀ ਦੁੱਖ ਹੈ, ਕੀ ਰੋਗ ਹੈ ਤੁਹਾਨੂੰ ਤਾਂ ਕਿ ਉਹਦਾ ਤੁਹਾਨੂੰ ਦਾਰੂ ਦਿੱਤਾ ਜਾਵੇ। ਜਦੋਂ ਵੈਦ ਨੇ ਪੁੱਛਿਆ ਤੇ ਮਹਾਰਾਜ ਬੋਲੇ, ਸਤਿਗੁਰੂ ਫਰਮਾਉਂਦੇ ਦੁੱਖ ਵਿਛੋੜਾ। ਬਈ ਦੁੱਖ ਇਹ ਹੈ ਵਿਛੋੜੇ ਦਾ, ਬਈ ਮਾਲਕ ਦੇ ਨਾਲੋਂ ਸਾਡਾ ਵਿਛੋੜਾ ਪੈ ਗਿਆ, ਜਿਹਨੇ ਸਾਨੂੰ ਪੈਦਾ ਕੀਤਾ, ਜਿਹੜਾ ਸਾਡਾ ਮਾਤਾ ਪਿਤਾ, ਜਿਹੜਾ ਸਾਡਾ ਜਨਮ ਦਾਤਾ ਹੈ। ਬਈ ਦੁੱਖ ਸਾਨੂੰ ਇਹ ਹੈ ਵੀ ਉਹਦੇ ਨਾਲੋਂ ਅਸੀਂ ਵਿਛੜ ਚੁੱਕੇ, ਉਹਦੇ ਨਾਲੋਂ ਸਾਡਾ ਵਿਛੋੜਾ ਪੈ ਗਿਆ। ਤੂੰ ਵੈਦ ਹੈ, ਜੇ ਤੇਰੇ ਪਾਸ ਕੋਈ ਦਾਰੂ ਹੈ ਤਾਂ ਐਸੀ ਦਾਰੂ ਦੇ ਵੀ ਮਾਲਕ ਦੇ ਨਾਲ ਸਾਡਾ ਮਿਲਾਪ ਹੋ ਜੇ, ਤਾਂ ਕਿ ਜਿਹੜਾ ਵਿਛੋੜੇ ਦਾ ਦੁੱਖ ਹੈ ਉਹਨੂੰ ਮਿਲ ਕੇ ਦੁੱਖ ਖਤਮ ਹੋ ਜੇ। ਉਹ ਵੈਦ ਕਹਿਣ ਲੱਗਿਆ ਵੀ ਇਹਦਾ ਤਾਂ ਮੇਰੇ ਕੋਲ ਇੱਦਾਂ ਦੀ ਤਾਂ ਕੋਈ ਦਾਰੂ ਹੀ ਹੈ ਨਹੀਂ, ਵੀ ਜਿਹੜੀ ਦੇਣ ਦੇ ਨਾਲ ਮਾਲਕ ਦੇ ਨਾਲ, ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ। ਬਈ ਜੇ ਕੋਈ ਹੋਰ ਦੁੱਖ ਹੈ ਤਾਂ ਤੁਸੀਂ ਉਹ ਦੁੱਖ ਦੱਸੋ। ਮਹਾਰਾਜ ਫਿਰ ਉਹਨੂੰ ਹੋਰ ਅੱਗੇ ਦੁੱਖ ਦੱਸਣ ਲੱਗੇ। ਸਤਿਗੁਰੂ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਵੀ ਇੱਕ ਦੁੱਖ ਹੈ ਭੁੱਖ। ਵੈਦ ਕਹਿੰਦਾ ਵੀ ਇਹਦਾ ਇਲਾਜ ਹੈਗਾ, ਵੀ ਦੱਸੋ ਕੀ ਖਾਓਗੇ। ਜੋ ਤੁਹਾਡੀ ਇੱਛਾ ਹੈ ਉਹ ਜੋ ਭਗਵਾਨ ਤਿਆਰ ਕਰ ਲੈਂਦੇ ਆ, ਦੱਸੋ ਕੀ ਛਕੋਗੇ, ਕੀ ਖਾਓਗੇ। ਮਹਾਰਾਜ ਕਹਿਣ ਲੱਗੇ ਵੀ ਮੈਨੂੰ ਆਹ ਭੁੱਖ ਨਹੀਂ ਹੈ ਸੰਸਾਰ ਦੇ ਪਦਾਰਥਾਂ ਦੀ, ਵੀ ਜੋ ਆਪਾਂ ਇਹ ਸਰੀਰ ਲਈ ਖਾਂਦੇ ਹਾਂ ਇਹ ਭੁੱਖ ਨਹੀਂ ਹੈ ਸਰੀਰ ਦੀ। ਬਈ ਮੈਨੂੰ ਤਾਂ ਮਿਲੇ ਮਾਲਕ ਦੇ ਦਰਸ਼ਨਾਂ ਦੀ ਭੁੱਖ। ਤੂੰ ਵੈਦ ਹੈ, ਜੇ ਤੇਰੇ ਪਾਸ ਕੋਈ ਐਸਾ ਦਾਰੂ ਹੈ ਤਾਂ ਛੇਤੀ ਦਾਰੂ ਦੇ, ਮੇਰਾ ਇਹ ਦੁੱਖ ਖਤਮ ਹੋ ਜੇ। ਬਈ ਮੈਨੂੰ ਮਾਲਕ ਦੇ ਦਰਸ਼ਨ ਹੋ ਜਾਣ ਪਰਮਾਤਮਾ ਦੇ। ਉਹ ਵੈਦ ਨੇ ਫੇਰ ਸਿਰ ਫੇਰ ਦਿੱਤਾ ਵੀ ਇਹ ਜਾਂ ਤਾਂ ਮੇਰੇ ਕੋਲ ਕੋਈ ਦਾਰੂ ਨਹੀਂ ਹੈ। ਉਹ ਫੇਰ ਪੁੱਛਣ ਲੱਗੇ ਅੱਗੇ ਵੀ ਜੇ ਕੋਈ ਹੋਰ ਦੁੱਖ ਹੈ ਤੇ ਉਹ ਦੱਸੋ। ਮਹਾਰਾਜ ਫੇਰ ਅੱਗੇ ਦੁੱਖ ਦੱਸਣ ਲੱਗੇ, ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤ ਬਾਰ ਜਮਦੂਤ। ਬਈ ਇੱਕ ਮੈਨੂੰ ਦੁੱਖ ਇਹ ਹੈ ਵੀ ਮੈਂ ਆ ਜਮਾਂ ਨੂੰ ਦੇਖਦਾ, ਮੇਰੇ ਨਾਲ ਨਾਲ ਚੱਲਦੇ, ਸਮਾਂ ਪਤਾ ਨਹੀਂ ਸਾਡਾ ਕਦੋਂ ਖਤਮ ਹੋ ਜਾਵੇ। ਹਮ ਆਦਮੀ ਹਾਂ ਇੱਕਦਮੀ, ਵੀ ਇੱਕਦਮ ਦੇ ਅਸੀਂ ਜੀਵਾਂ। ਜਦੋਂ ਸਮਾਂ ਸਾਡਾ ਖਤਮ ਹੋ ਗਿਆ ਇਹਨਾਂ ਨੇ ਉਦੋਂ ਹੀ ਸਿਰ 'ਚ ਡੰਡਾ ਮਾਰ ਕੇ ਸੁੱਟ ਲੈਣ। ਸਾਨੂੰ ਇੱਕ ਵੀ ਸਵਾਸ ਵੱਧ ਨਹੀਂ ਲਿਆ ਜਾਣਾ। ਬਈ ਮੈਨੂੰ ਇਹਨਾਂ ਜਮਾਂ ਤੋਂ ਭੈ ਮੁਕਤ ਕਰਾਤੀ। ਜੇ ਤੇਰੇ ਪਾਸ ਕੋਈ ਐਸਾ ਦਾਰੂ ਹੈ ਤਾਂ ਤੂੰ ਉਹ ਛੇਤੀ ਦਾਰੂ ਦੇ ਵੀ ਮੈਨੂੰ ਇਹ ਜਮਾਂ ਤੋਂ ਭੈ ਨਾ ਲੱਗੇ, ਇਹ ਜਮਾਂ ਤੋਂ ਮੈਨੂੰ ਡਰ ਨਾ ਲੱਗੇ। ਉਹ ਵੈਦ ਆਖਣ ਲੱਗਿਆ ਗੁਰੂ ਨਾਨਕ ਪਾਤਸ਼ਾਹ ਨੂੰ, ਬਈ ਮੈਂ ਤਾਂ ਇਹ ਤਨ ਦਾ ਵੈਦ ਹਾਂ, ਸਰੀਰ ਦਾ। ਬਈ ਜੇ ਤੁਹਾਨੂੰ ਕੋਈ ਤਨ ਦਾ ਦੁੱਖ ਹੈ ਤੁਸੀਂ ਉਹ ਦੁੱਖ ਦੱਸੋ ਤਾਂ ਕਿ ਮੈਂ ਉਹਦਾ ਤੁਹਾਨੂੰ ਦਾਰੂ ਦੇ ਸਕਾਂ। ਫਿਰ ਮਹਾਰਾਜ ਉਹਨੂੰ ਤਨ ਦਾ ਦੁੱਖ ਦੱਸਣ ਲੱਗੇ ਵੀ ਤਨ ਦਾ ਮੈਨੂੰ ਦੁੱਖ ਇਹ ਜਿਹੜੇ ਮੈਂ ਜਮ ਦੇਖਦਾ ਨਾਲ ਨਾਲ ਚੱਲਦੇ, ਜਦੋਂ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਇਹ ਜਮਾਂ ਨੇ ਮਨ ਨੂੰ ਇਹ ਤਨ ਦੇ ਵਿੱਚੋਂ ਬਾਹਰ ਕੱਢ ਲੈਣ, ਫਿਰ ਇਹ ਤਨ ਨੂੰ ਸਾੜ ਦੇਣਗੇ। ਜਿਵੇਂ ਆਪਾਂ ਦੇਖਦੇ ਵੀ ਜਦੋਂ ਜੀਵ ਦਾ ਸਮਾਂ ਖਤਮ ਹੋ ਜਾਂਦਾ ਆਪਾਂ ਇਹ ਸਰੀਰ ਨੂੰ ਸਾੜ ਦਿੰਦੇ ਹਾਂ, ਸੰਸਕਾਰ ਕਰ ਦਿੰਦੇ, ਫਿਰ ਇਹ ਮਨ ਨੂੰ ਹੋਰ ਤਨ ਦੇ ਦੇਣਗੇ।
ਫਿਰ ਉਹਦੇ 'ਚੋਂ ਕੱਢ ਕੇ ਫਿਰ ਉਹਨੂੰ ਸਾੜ ਦੇਣਗੇ। ਮਹਾਰਾਜ ਕਹਿੰਦੇ ਵੀ ਤਨ ਦਾ ਮੈਨੂੰ ਦੁੱਖ ਇਹ ਹੈ ਵੀ ਮੇਰੇ ਤੋਂ ਵਾਰ-ਵਾਰ ਸੜਿਆ ਨਹੀਂ ਜਾਂਦਾ, ਵਾਰ-ਵਾਰ ਮੇਰੇ ਤੋਂ ਮਚਿਆ ਨਹੀਂ ਜਾਂਦਾ। ਉਹ ਵੈਦ ਹੈ ਜਿਹਦੇ ਕੋਲ ਐਸਾ ਕੋਈ ਦਾਰੂ ਹੈ ਤਾਂ ਇਹ ਦਾਰੂ ਦੇ ਵੀ ਮੈਨੂੰ ਵਾਰ-ਵਾਰ ਸਾੜਨਾ ਨਾ ਪਵੇ, ਵਾਰ-ਵਾਰ ਮੈਨੂੰ ਇਹ ਸਰੀਰਾਂ ਦੇ ਵਿੱਚ ਕੱਪੜਿਆਂ ਦੇ ਵਿੱਚ ਨਹਾਉਣਾ ਪਵੇ, ਵਾਰ-ਵਾਰ ਆਕਾਰਾਂ ਦੇ ਵਿੱਚ ਨਹਾਉਣਾ ਪਵੇ। ਹੁਣ ਉਹ ਵੈਦ ਫਿਰ ਚੁੱਪ ਕਰ ਗਿਆ, ਉਹਨੇ ਫਿਰ ਸਿਰ ਫੇਰ ਦਿੱਤਾ ਵੀ ਇਹ ਜਾਂ ਤਾਂ ਮੇਰੇ ਕੋਲ ਕੋਈ ਦਾਰੂ ਨਹੀਂ। ਫਿਰ ਮਹਾਰਾਜ ਉਹਨੂੰ ਕਹਿੰਦੇ ਵੀ ਤੂੰ ਵੈਦ ਕਾਹਦਾ, ਜੇ ਤੈਨੂੰ ਇਹੋ ਨਹੀਂ ਪਤਾ ਵੀ ਅਸਲ ਰੋਗ ਕਿੱਥੋਂ ਸ਼ੁਰੂ ਹੁੰਦਾ, ਬਈ ਤੂੰ ਫਿਰ ਵੈਦ ਕਾਹਦਾ, ਤੈਨੂੰ ਤਾਂ ਇਹ ਨਹੀਂ ਪਤਾ ਵੀ ਰੋਗ ਕੀ ਹੈ, ਰੋਗ ਸ਼ੁਰੂ ਕਿੱਥੋਂ ਹੁੰਦਾ। ਫਿਰ ਉਹ ਵੈਦ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਵੀ ਜੇ ਮੈਨੂੰ ਨਹੀਂ ਪਤਾ ਵੀ ਮੈਨੂੰ ਤੁਸੀਂ ਦੱਸ ਬਈ ਇਹ ਰੋਗ ਸ਼ੁਰੂ ਕਿੱਥੋਂ ਹੁੰਦਾ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਇਹ 550 ਸਾਲ ਪਹਿਲਾਂ ਗੱਲ ਦੱਸੀ ਵੀ ਜਿਹਨੂੰ ਅੱਜ ਵੱਡੇ ਜਿਹੜੇ ਡਾਕਟਰ ਨੇ ਉਹ ਹੁਣ ਮੰਨਣ ਲੱਗੇ ਬਈ ਪਹਿਲਾਂ ਜਿਹੜਾ ਰੋਗੀ ਸਾਡਾ ਮਨ ਹੁੰਦਾ, ਪਹਿਲਾਂ ਮਾਨਸਿਕ ਤੌਰ 'ਤੇ ਜੀਵ ਰੋਗੀ ਹੁੰਦਾ, ਉਸ ਤੋਂ ਬਾਅਦ ਇਹ ਸਰੀਰ ਤਨ ਦੇ ਵਿੱਚ ਰੋਗ ਆਉਂਦਾ। ਹੁਣ ਇਹ ਤਾਂ ਸਿਰਫ ਇਹ 550 ਸਾਲ ਬਾਅਦ ਇੱਥੇ ਤੱਕ ਹਜੇ ਪਹੁੰਚੇ ਹੀ ਨਹੀਂ ਵੀ ਇਹਨਾਂ ਨੇ ਮੰਨਣਾ ਸ਼ੁਰੂ ਕੀਤਾ ਵੀ ਪਹਿਲਾਂ ਮਨ ਰੋਗੀ ਹੁੰਦਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਨ ਹੈ ਕੀ ਹੈ, ਮਨ ਨੂੰ ਰੋਗ ਕਿਹੜੇ ਲੱਗੇ ਨੇ ਅਤੇ ਮਨ ਦਾ ਇਲਾਜ ਕੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਫਿਰ ਮਨ ਦੇ ਰੋਗ ਦੱਸੇ ਅਤੇ ਮਨ ਦੇ ਰੋਗਾਂ ਦਾ ਦਾਰੂ ਵੀ ਦੱਸਿਆ ਵੀ ਇਹਦਾ ਇਲਾਜ ਕੀ ਹੁੰਦਾ, ਕਿਵੇਂ ਇਹਦਾ ਇਲਾਜ ਹੋਣਾ। ਮਹਾਰਾਜ ਵੈਦ ਨੂੰ ਕਹਿਣ ਲੱਗੇ ਵੀ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਉਸ ਤੋਂ ਬਾਅਦ ਦੇ ਵਿੱਚ ਤਨ ਦੇ ਰੋਗ ਦੇ ਵਿੱਚ ਇਹ ਸਰੀਰ ਦੇ ਵਿੱਚ ਆ ਕੇ ਰੋਗ ਪ੍ਰਵੇਸ਼ ਹੁੰਦਾ। ਜਿਸ ਨੂੰ ਮਹਾਰਾਜ ਫਿਰ ਦੱਸਣ ਲੱਗੇ ਬਈ ਇਹ ਮਨ ਕਿਉਂ ਰੋਗੀ ਹੁੰਦਾ, ਕਿਉਂਕਿ ਇੱਥੇ ਆ ਕੇ ਪਰਮੇਸ਼ਰ ਨੂੰ ਭੁੱਲ ਜਾਂਦਾ। ਜੋ ਨਾਮ ਹੈ ਹੁਕਮ, ਹੁਕਮ ਤੋਂ ਵਾਕੀ ਹੋ ਜਾਂਦਾ। ਫਿਰ ਇਹਨੂੰ ਐਸੇ ਰੋਗ ਲੱਗਦੇ ਮਨ ਨੂੰ ਜਿਹਦਾ ਇਹ ਸੰਸਾਰ ਦੇ ਡਾਕਟਰ, ਸੰਸਾਰ ਦੇ ਵੈਦ ਸਾਨੂੰ ਕੋਈ ਦਾਰੂ ਨਹੀਂ ਦੇ ਸਕਦੇ, ਇਹਦਾ ਇਲਾਜ ਨਹੀਂ ਕਰ ਸਕਦੇ ਮਨ ਤੋਂ। ਮਹਾਰਾਜ ਫਰਮਾਉਂਦੇ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਈ। ਬਈ ਮਨ ਹੈ ਜਿਹੜਾ ਇੱਥੇ ਆ ਕੇ ਇਹ ਪਰਮੇਸ਼ਰ ਨੂੰ ਭੁੱਲ ਗਿਆ, ਮਾਲਕ ਨੂੰ, ਤਾਂ ਕਰਕੇ ਰੋਗੀ ਹੋ ਗਈ। ਹੁਣ ਉਹ ਵੈਦ ਨੂੰ ਫਿਰ ਦੱਸਿਆ, ਵੈਦ ਨਾਲ ਤਾਂ ਇਸ ਕਰਕੇ ਮਹਾਰਾਜ ਨੇ ਵਿਚਾਰ ਕੀਤੀ ਵੀ ਇਹਦੇ ਕੋਲ ਜੀਵ ਆਉਂਦੇ ਸੰਸਾਰੀ ਬਈ ਇਹ ਅੱਗੇ ਗੱਲ ਤੋਰੇਗਾ, ਪਰ ਉਹ ਵੈਦ ਨੇ ਅੱਗੇ ਗੱਲ ਤੋਰੀ ਹੋਈ ਨਹੀਂ। ਉਹਨੇ ਫਿਰ ਉੱਥੇ ਹੀ ਗੱਲ ਠੱਪ ਹੋ ਗਈ, ਅੱਗੇ ਉਹ ਚੱਲਿਆ ਹੀ ਨਹੀਂ। ਪ੍ਰਚਾਰ ਚੱਲਣਾ ਚਾਹੀਦਾ ਸੀ ਪਰ ਉਹ ਚੱਲਿਆ ਨਾ, ਉਹਨੇ ਉੱਥੇ ਹੀ ਗੱਲ ਬੰਦ ਕਰ ਦਿੱਤੀ। ਫਿਰ ਸਮਾਂ ਬੀਤਿਆ, ਫਿਰ ਆਪਾਂ ਇਤਿਹਾਸ ਜਾਣਦੇ ਹਾਂ, ਕਿੰਨੀ ਵਾਰ ਆਪਾਂ ਇਤਿਹਾਸ ਸੁਣੇ ਹਾਂ। ਬਈ ਫਿਰ ਮਹਾਰਾਜ ਨੂੰ ਸੋਚਿਆ ਮਾਤਾ ਪਿਤਾ ਨੇ ਵੀ ਇਹਨੂੰ ਕੋਈ ਕੰਮ ਚਲਾ ਦੀ। ਫਿਰ ਮੱਝਾਂ ਵੀ ਚਾਰੀਆਂ, ਫਿਰ ਉਹ ਕਿਵੇਂ ਉੱਥੇ ਜਿਹੜੇ ਖੇਤ ਸੀ ਫਿਰ ਉਹ ਹਰੇ ਭਰੇ ਹੋ ਗਏ। ਉਹ ਸਾਰਾ ਆਪਾਂ ਜਾਣਦੇ ਵੀ ਕਿਵੇਂ ਸੱਪ ਨੇ ਛਾਇਆ ਕੀਤੀ। ਫਿਰ ਉਹਨੇ ਸੋਚਿਆ ਵੀ ਚਲੋ ਦੁਕਾਨ ਕਰ ਦਿੰਦੇ। ਫਿਰ ਮਹਾਰਾਜ ਨੂੰ 20 ਰੁਪਈਏ ਦੇ ਕੇ ਨਾਲ ਬਾਲਾ ਜੀ ਨੂੰ ਭੇਜੇ। ਫਿਰ ਉੱਥੋਂ ਜਦੋਂ ਸਮਾਨ ਲੈਣ ਵਾਸਤੇ ਗਏ ਅਤੇ ਵਾਪਸ ਮੁੜ ਰਹੇ ਸੀ ਅਤੇ ਰਸਤੇ ਜੰਗਲ ਪੈਂਦਾ ਸੀ। ਉਹ ਉੱਥੇ ਸੰਤ ਮੰਡਲੀ ਸੀ। ਅੱਗੇ ਪੁਰਾਣੇ ਸਮਿਆਂ ਦੇ ਵਿੱਚ ਉਹਨਾਂ ਨੂੰ ਸੰਤ ਮੰਡਲੀ ਕਹਿੰਦੇ, ਸਾਧੂ ਆਏ ਜਦੋਂ ਇਕੱਠੇ ਹੋ ਜਾਂਦੇ। ਮਹਾਰਾਜ ਨੇ ਦੇਖਿਆ ਵੀ ਇਹ ਸੰਤ ਨੇ ਅਤੇ ਸੰਤ ਮੰਡਲੀ ਇਕੱਠੇ ਹੋ ਕੇ ਚੱਲਦੇ, ਉਹ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਾਂਦੇ। ਬਈ ਜੀਵ ਇਹਨਾਂ ਨੂੰ ਸੰਤ ਸਮਝਦੇ ਵੀ ਇਹਨਾਂ ਦੇ ਨਾਲ ਜੁੜੇ ਨੇ ਅਤੇ ਵੀ ਇਹਨਾਂ ਦੇ ਨਾਲ ਵਿਚਾਰ ਕੀਤੀ ਜਾਵੇ।
ਜੋ ਵੀ ਰਸਤ ਲੈ ਕੇ ਆਏ ਸੀ, ਕਈਆਂ ਦਿਨਾਂ ਤੋਂ ਭੁੱਖੇ ਸੀ, ਮਹਾਰਾਜ ਨੇ ਸਾਰਾ ਉਹਨਾਂ ਨੂੰ ਦਰਸ਼ਨੀ ਭੇਟਾ ਕਰ ਦਿੱਤੀ। ਪੁਰਾਤਨ ਸਮਿਆਂ ਦੇ ਵਿੱਚ ਜਦੋਂ ਇਸ ਤਰ੍ਹਾਂ ਜੀਵ ਜਾਂਦੇ, ਉਹ ਫਿਰ ਦਰਸ਼ਨੀ ਭੇਟਾ ਦਿੰਦੇ। ਜਿਵੇਂ ਆਪਾਂ ਸਤਿਗੁਰਾਂ ਪਾਸ ਆਉਂਦੇ ਬਈ ਜੋ ਵੀ ਦਿਲ ਫੁੱਲ ਹੁੰਦਾ ਆਪਾਂ ਉਹ ਦਰਸ਼ਨੀ ਭੇਟਾ ਕਰਦੇ। ਹੁਣ ਇਸੇ ਤਰ੍ਹਾਂ ਹੀ ਮਹਾਰਾਜ ਨੇ ਵੀ ਜੋ ਸਮਾਨ ਲੈ ਕੇ ਆਉਂਦਾ ਸੀ ਉਹਨਾਂ ਨੂੰ ਦਰਸ਼ਨੀ ਭੇਟਾ ਕਰ ਦਿੱਤੇ। ਜਿਹੜੇ ਉਹ ਸੰਤ ਸੀ ਬਹੁਤ ਖੁਸ਼ ਵੀ ਚਲੋ ਹੁਣ ਸਮਾਨ ਆ ਗਿਆ ਅਤੇ ਸੰਤ ਜਨ ਛਕਣਗੇ। ਫਿਰ ਮਹਾਰਾਜ ਨੇ ਉੱਥੇ ਵਿਚਾਰ ਕੀਤੀ ਉਹਨਾਂ ਦੇ ਨਾਲ ਵੀ ਇਹ ਤਾਂ ਜਿਹੜਾ ਅੰਨ ਦੀ ਖੁਰਾਕ ਹੈ, ਬਈ ਮਨ ਨੂੰ ਕੀ ਛਕਾਉਂਦੇ ਹੋ, ਮਨ ਨੂੰ ਕੀ ਦਿੰਦੇ ਹੋ, ਮਨ ਦੀ ਜਿਹੜੀ ਖੁਰਾਕ। ਫਿਰ ਉਹਦੇ 'ਤੇ ਉੱਥੇ ਵਿਚਾਰ ਹੋਈ। ਹੁਣ ਉਹ ਸਿਰਫ ਤਨ ਦੇ ਨਾਲ ਜੁੜੇ ਹੋਏ ਸੀ, ਮਨ ਦਾ ਉਹਨਾਂ ਨੂੰ ਨਹੀਂ ਭੇਦ ਸੀ, ਗਿਆਨ ਨਹੀਂ ਸੀ ਮਨ ਦਾ। ਮਹਾਰਾਜ ਨੇ ਫਿਰ ਉੱਥੇ ਜਿਵੇਂ ਜਿਵੇਂ ਜੀਵਾਂ ਦੇ ਤਨ ਜਿਹੜੇ ਬਣੇ ਨੇ, ਉਹਨਾਂ ਦੇ ਤਨ ਦੀ ਖੁਰਾਕ ਅਤੇ ਜਿਹੜੀ ਮਨ ਦੀ ਖੁਰਾਕ ਸਾਡੇ, ਉਹਦਾ ਫਿਰ ਉੱਥੇ ਖੋਲ੍ਹ ਕੇ ਭੇਜ ਦਿੱਤਾ, ਸਮਝਾਏ ਬਈ ਅਕਾਲ ਪੁਰਖ ਪਰਮੇਸ਼ਰ ਨੇ ਇੱਕ ਜੀਵ ਐਸੇ ਤਿਆਰ ਕੀਤੇ ਵੀ ਜਿਹੜੇ ਮਾਸਹਾਰੀ ਨੇ, ਵੀ ਜਿਹੜੇ ਮਾਸ ਹੀ ਖਾਂਦੇ, ਜਿਵੇਂ ਸ਼ੇਰ, ਚੀਤਾ, ਬਘਿਆੜ ਹੋ ਗਏ, ਇਹਨਾਂ ਦੀ ਖੁਰਾਕ ਮਾਸ ਸੀ, ਇਹ ਮਾਸ ਹੀ ਖਾਣਗੇ। ਇੱਕ ਜੀਵ ਐਸੇ ਪੈਦਾ ਕੀਤੇ ਜਿਹੜੇ ਤ੍ਰਿਣ ਖਾਂਦੇ। ਤ੍ਰਿਣ ਕਹਿੰਦੇ ਆ ਘਾਹ ਫੂਸ ਪੱਠੇ, ਜਿਵੇਂ ਆ ਮੱਝਾਂ ਗਾਂ ਘੋੜੇ ਆਦਿ ਹੋ ਗਏ, ਇਹਨਾਂ ਨੂੰ ਤ੍ਰਿਣ ਕਹਿੰਦੇ। ਤ੍ਰਿਣ ਖੁਰਾਕ ਇਹਨਾਂ ਦੀ ਖਾਣਗੇ। ਇੱਕ ਜੀਵ ਪੌਣਹਾਰੀ ਨੇ, ਜਿਵੇਂ ਭੂਤ ਪ੍ਰੇਤ ਜੈਨ, ਇਹ ਪੌਣਹਾਰੀ ਹੁੰਦੇ, ਇਹਨਾਂ ਦੀ ਪੌਣ ਖੁਰਾਕ। ਇੱਕ ਜਿਹੜਾ ਇਹ ਸਾਨੂੰ ਮਾਨਸ ਜਾਮਾ ਮਿਲਿਆ, ਸਾਡੇ ਤਨ ਵਾਸਤੇ 36 ਪ੍ਰਕਾਰ ਦੇ ਭੋਜਨ ਰੱਖੇ। ਇੱਕ ਜੀਵ ਐਸੇ ਪੈਦਾ ਕੀਤੇ ਮਾਲਕ ਨੇ ਮਿੱਟੀ ਦੇ ਵਿੱਚ, ਜਿਹੜੇ ਉਹ ਮਿੱਟੀ ਖਾਂਦੇ। ਜਿਵੇਂ ਆਪਾਂ ਦੇਖਦੇ ਹਾਂ ਗੰਡੋਏ ਹੁੰਦੇ, ਇਹ ਮਿੱਟੀ ਖਾਂਦੇ ਨੇ, ਇਹਨਾਂ ਦੀ ਮਿੱਟੀ ਖੁਰਾਕ। ਜਿਹੜਾ ਸਾਡਾ ਮਨ ਹੈ, ਇਹ ਮਨ ਨਿਰੰਕਾਰ ਦਾ ਬੱਚਾ ਹੈ, ਪਰਮਾਤਮਾ 'ਚ। ਇਹਦੀ ਜਿਹੜੀ ਖੁਰਾਕ ਹੈ ਇਹ ਅੰਮ੍ਰਿਤ ਰਸ, ਨਾਮ ਰਸ। ਫਿਰ ਮਹਾਰਾਜ ਨੇ ਇੱਥੇ ਇਹ ਸਾਰਾ ਉਹਨਾਂ ਨੂੰ ਭੇਜ ਦਿੱਤਾ, ਸਮਝਾਇਆ, ਇਹਦੇ 'ਤੇ ਵਿਚਾਰ ਚੱਲੀ ਭੋਜਨ 'ਤੇ। ਮਹਾਰਾਜ ਫਰਮਾਉਂਦੇ, ਇੱਕ ਮਾਸਹਾਰੀ, ਇੱਕ ਤ੍ਰਿਣ ਖਾਈ, ਇੱਕ ਨਾ ਛਤੀਸ਼ ਅੰਮ੍ਰਿਤ ਪਾਈ, ਇੱਕ ਮਿੱਟੀਆ ਮੈਂ ਮਿੱਟੀਆ ਖਾਈ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਸਤਿਗੁਰਾਂ ਨੇ ਇੱਥੇ ਫਿਰ ਇਹ ਸਾਰਾ ਉਹਨਾਂ ਨੂੰ ਸਮਝਾਏ ਵੀ ਇਹ ਜਿਹੜਾ ਆਪਣਾ ਸਰੀਰ ਹੈ, ਤਨ, ਇਹ ਤਨ ਦੀ ਖੁਰਾਕ ਹੈ। ਜਿਹੜਾ ਇਹ ਭੋਜਨ ਪ੍ਰਸ਼ਾਦਾ ਛਕਦੇ ਹਾਂ, 36 ਪ੍ਰਕਾਰ ਦੇ ਭੋਜਨ। ਜਿਹੜਾ ਮਨ ਹੈ, ਮਨ ਦੀ ਖੁਰਾਕ ਹੈ ਅੰਮ੍ਰਿਤ ਰਸ, ਨਾਮ ਰਸ, ਬ੍ਰਹਮ ਰਸ। ਵੀ ਤਨ ਦਾ ਤਾਂ ਉਹ ਖੁਸ਼ ਹੋ ਗਏ ਸੰਤ, ਬਈ ਚਲੋ ਤਨ ਵਾਸਤੇ ਤਾਂ ਇੰਤਜ਼ਾਮ ਹੋ ਗਿਆ। ਜੋ ਰਸਦ ਲੈ ਕੇ ਆਈ ਸੀ ਮਹਾਰਾਜ ਨੇ ਉਹਨਾਂ ਨੂੰ ਸਾਰਾ ਦੇ ਦਿੱਤੀ। ਫਿਰ ਉਹਨਾਂ ਨੂੰ ਦੱਸਿਆ ਵੀ ਮਨ ਨੂੰ ਕੀ ਖਵਾਉਂਦੇ ਹੋ, ਮਨ ਨੂੰ ਕੀ ਪਿਆਉਂਦੇ ਹੋ, ਵੀ ਇਹ ਤਾਂ ਤਨ ਦੀ ਖੁਰਾਕ ਹੈ, ਸਰੀਰ ਦੀ। ਫਿਰ ਉਹਨਾਂ ਨੂੰ ਦੱਸਿਆ ਵੀ ਮਨ ਦਾ ਜਿਹੜਾ ਤੋਸਾ, ਮਨ ਦਾ ਭੋਜਨ, ਉਹ ਨਾਮ ਰਸ, ਜਿਸ ਨੂੰ ਮਹਾਰਾਜ ਕਹਿੰਦੇ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹੋ ਖਰਚ ਖੁੱਟ ਹੈ, ਗੁਰਮੁਖ ਨਿਭੇ ਨਾਲ। ਬਈ ਇਹ ਮਨ ਦੀ ਖੁਰਾਕ ਹੈ ਅੰਮ੍ਰਿਤ। ਜਿਵੇਂ ਤਨ ਨੂੰ ਦਿੰਦੇ ਹੋ, ਇਸੇ ਤਰ੍ਹਾਂ ਮਨ ਨੂੰ ਵੀ ਦਿਓ। ਉੱਥੇ ਫਿਰ ਇਹ ਚਰਚਾ ਤਾਂ ਮਹਾਰਾਜ ਨੇ ਤਾਂ ਕੀਤੀ ਬਈ ਇਹ ਸੰਤ ਮੰਡਲੀ ਵੀ ਅੱਗੇ ਜਾਂਦੇ, ਜੀਵਾਂ ਨੂੰ ਮਿਲਦੇ, ਵੀ ਜੇ ਇਹਨਾਂ ਨੂੰ ਗਿਆਨ ਹੋਏਗਾ ਵੀ ਇਹ ਅੱਗੇ ਦੱਸਣਗੇ ਜੀਵਨ। ਪਰ ਉਹਨਾਂ ਨੇ ਵੀ ਅੱਗੇ
ਉਹ ਪ੍ਰਚਾਰ ਨਾ ਚੱਲਿਆ, ਕਿਉਂਕਿ ਉਹ ਵੀ ਸਿਰਫ ਧਨ ਤੱਕ ਹੀ ਸੀਮਤ ਸੀ। ਫਿਰ ਜਦੋਂ ਵਾਪਸ ਆਏ ਘਰ, ਫਿਰ ਆਪਾਂ ਜਾਣਦੇ ਇਤਿਹਾਸ 'ਚ ਵੀ ਕਿਵੇਂ ਵੀ ਉਹਨਾਂ ਦੇ ਝੜਕਾਂ ਵੀ ਪਈਆਂ ਪਿਤਾ ਜੀ ਤੋਂ। ਫਿਰ ਉਹਨਾਂ ਨੂੰ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ ਬੇਬੇ ਨਾਨਕੀ ਜੀ ਕੋਲ। ਫਿਰ ਉੱਥੇ ਜਾ ਕੇ ਉਹਨਾਂ ਨੇ ਮੋਦੀ ਕਰਨੇ 'ਚ ਨੌਕਰੀ ਕੀਤੀ। ਉਸ ਸਮੇਂ 20 ਤੱਕ ਗਿਣਦੇ ਹੁੰਦੇ ਸੀ ਵੀ ਪਹਿਲਾਂ 20 ਤੱਕ ਗਿਣ ਲੈਣਾ ਵੀ 1 20 ਹੋ ਗਈ, 2 20 ਹੋ ਗਏ, 3 20, 4 20 ਅਤੇ 5 20 ਹੋ ਗਏ ਅਤੇ 100 ਹੋ ਗਈ। ਹੁਣ ਮਹਾਰਾਜ ਜਦੋਂ 13 ਤੱਕ ਜਾਇਆ ਕਰਨ ਅਤੇ ਉਹਨਾਂ ਦੀ ਸੁਰਤੀ ਉੱਧਰ ਹੀ ਜੁੜ ਜਾਇਆ ਕਰੇ, 13 ਮਾਲਕ ਪਰਮਾਤਮਾ। ਅਤੇ ਉਹਨਾਂ ਦੀ ਫਿਰ ਸ਼ਿਕਾਇਤ ਕਰ ਦਿੱਤੀ ਕਿ ਵੀ ਇਹ ਤਾਂ ਜੋ ਨਵਾਂ ਰੱਖਿਆ ਵੀ ਇਹਨੂੰ ਤਾਂ 20 ਤੱਕ ਗਿਣਤੀ ਵੀ ਨਹੀਂ ਆਉਂਦੀ, ਵੀ ਇਹ ਤਾਂ ਵਾਧੀ ਤੋਲੀ ਜਾਂਦੀ। ਫਿਰ ਜਦੋਂ ਹਿਸਾਬ ਹੋਇਆ ਅਤੇ ਹੋ ਸਕਦਾ ਅਤੇ ਰਸਦ ਸੀ ਜਿਹੜੀ ਸੌਦਾ ਉਹ ਵੱਧ ਗਿਆ। ਅਤੇ ਫਿਰ ਉਹਨਾਂ ਦਾ ਆਪਾਂ ਜਾਣਦੇ ਵੀ ਵਿਆਹ ਹੋ ਗਿਆ, ਬੱਚੇ ਹੋ ਗਏ। ਫਿਰ ਭਾਈ ਮਰਦਾਨਾ ਜੀ ਨੂੰ ਭੇਜਿਆ ਮਾਤਾ ਪਿਤਾ ਨੇ ਵੀ ਹੁਣ ਉਹਨਾਂ ਨੂੰ ਵਾਪਸ ਲੈ ਆਓ ਘਰ 'ਚ। ਜਦੋਂ ਭਾਈ ਮਰਦਾਨਾ ਜੀ ਗਏ, ਉਹਨਾਂ ਨੂੰ ਨਾਲ ਲੈ ਕੇ ਫਿਰ ਵੀ ਆਪਾਂ ਇਸ਼ਨਾਨ ਕਰਨ ਜਾਣਾ। ਫਿਰ ਬੇਈ ਨਦੀ ਦੇ ਵਿੱਚ ਮਹਾਰਾਜ ਵਸਤਰ ਲਾ ਕੇ ਜਦੋਂ ਗਏ, ਚੁੱਭੀ ਮਾਰੀ ਅਤੇ ਫਿਰ ਉੱਥੋਂ ਵਾਪਸ ਨਹੀਂ ਨਿਕਲੇ। ਫਿਰ ਉਹਨਾਂ ਨੇ ਉੱਥੇ ਤੱਤਾਂ 'ਚ ਤੱਤ ਮਿਲਾ ਦਿੱਤੀ, ਮਾਲਕ ਦੇ ਵਿੱਚ ਸਮਾ ਗਏ, ਲੀਨ ਹੋ ਗਏ। ਜਿਵੇਂ ਇੱਕ ਤਾਂ ਆਪਣਾ ਜਿਹੜਾ ਮਨ ਹੈ ਸੂਖਮ, ਉਹ ਮਾਲਕ ਦੇ ਵਿੱਚ ਸਮਾਉਂਦਾ, ਇੱਕ ਗੁਰਮੁਖਾਂ ਦੀ ਅਵਸਥਾ ਬਣਦੀ ਵੀ ਇਹ ਸਰੀਰ ਨੂੰ ਵੀ ਸਮਾ ਦਿੰਦੀ। ਹੁਣ ਗੁਰੂ ਨਾਨਕ ਪਾਤਸ਼ਾਹ ਤਾਂ ਆਪ ਸਤਿਗੁਰੂ ਸੀ, ਉਹ ਫਿਰ ਕਿੱਥੇ ਗਏ ਜਦੋਂ 3 ਦਿਨ ਨਿਕਲੇ ਹੀ ਨਹੀਂ। ਫਿਰ ਉਹ ਗੁਰਬਾਣੀ 'ਚ ਦੱਸਦੇ ਵੀ ਕਿੱਥੇ ਗਏ ਸੀ। ਮਹਾਰਾਜ ਕਹਿੰਦੇ ਨਿਰੰਕਾਰ ਮੇ ਆਕਾਰ ਸਮਾਵੀ, ਅਕਲ ਕਲਾ ਸਾ ਸਾਚ ਟਿਕਾਵੇ, ਸੋ ਨਰ ਗਰਭ ਜੂਨ ਨਹੀਂ ਆਵੇ। ਬਈ ਸਾਡਾ ਜਿਹੜਾ ਮਨ ਉਹ ਨਿਰੰਕਾਰ ਦੇ ਵਿੱਚ ਜਦੋਂ ਧਿਆਨ ਲਾਉਂਦਾ ਬਈ ਉਹ ਨਿਰੰਕਾਰ ਦੇ ਵਿੱਚ ਸਮਾ ਜਾਂਦਾ, ਆਕਾਰ ਵੀ ਉਹਦੇ ਵਿੱਚ ਸਮਾ ਜਾਂਦਾ ਮਾਲਕ ਦੇ। ਹੁਣ ਮਾਲਕ ਦੇ ਵਿੱਚ ਸਮਾ ਗਈ, ਬੈਠ ਗਈ। ਹੁਣ ਉੱਥੇ ਲੱਭਦੇ ਰਹੇ, ਗੋਤਾਖੋਰ ਸੀ ਉਹ ਮੰਗਾਏ ਗਏ, ਜਾਲ ਪਾਏ ਗਏ ਵੀ ਗਏ ਤੇ ਗਏ ਕਿੱਥੇ। ਸਾਰੇ ਕਹਿਣ ਵੀ ਡੁੱਬ ਗਏ। ਸਿਰਫ ਇੱਕ ਭੈਣ ਸੀ ਬੇਬੇ ਨਾਨਕੀ ਵੀ ਜਿਨ੍ਹਾਂ ਨੂੰ ਭਰੋਸਾ ਸੀ ਵੀ ਮੇਰਾ ਵੀਰ ਹੈ ਜਿਹੜਾ ਉਹ ਤਾਂ ਸੰਸਾਰ ਨੂੰ ਤਾਰਨ ਵਾਸਤੇ ਆਇਆ, ਵੀ ਉਹ ਡੁੱਬ ਨਹੀਂ ਸਕਦਾ। ਸੋ ਜਦੋਂ ਫਿਰ ਬਾਅਦ 'ਚੋਂ ਫਿਰ ਮਹਾਰਾਜ ਨੇ ਤੱਤਾਂ ਹੀ ਤੱਤ ਮਿਲਾਏ ਅਤੇ ਫਿਰ ਪ੍ਰਗਟ ਹੋ ਗਏ। ਫਿਰ ਜਦੋਂ ਪ੍ਰਗਟ ਹੋਏ ਅਤੇ ਆ ਕੇ ਸ਼ਮਸ਼ਾਨ ਘਾਟ ਸੀ ਜਿਹੜਾ, ਉੱਥੇ ਬੈਠ ਗਏ। ਜਦੋਂ ਬੈਠੇ ਅਤੇ ਜੀਵ ਆਖਣ ਲੱਗੇ ਬਈ ਇਹ ਨਾਨਕ ਦੇ ਡੁੱਬ ਗਏ ਸੀ। ਕੋਈ ਜੀਵ ਕਹਿਣ ਲੱਗੇ ਵੀ ਇਹ ਤਾਂ ਉਹਦਾ ਭੂਤ ਬੈਠਾ। ਜੀਵਾਂ ਨੇ ਕਿਸੇ ਨੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀ। ਫਿਰ ਕਹੋ ਜੀਵ ਕਹਿਣ ਲੱਗੇ ਵੀ ਨਹੀਂ ਇਹ ਤਾਂ ਨਾਨਕ ਹੀ ਹੈ, ਵੀ ਉਹੀ ਹੈ। ਫਿਰ ਮਹਾਰਾਜ ਗੁਰਬਾਣੀ 'ਚ ਉਵੇਂ ਹੀ ਦੱਸਦੇ, ਕਹਿੰਦੇ ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬਰਾਨਾ, ਉਹ ਹਰ ਬਿਨਾ ਵਰਨਾ ਜਾਨਾ। ਬਈ ਕੋਈ ਕਹਿੰਦਾ ਭੂਤ ਨਾ, ਭੂਤ ਹੈ ਵੀ ਉਹ ਤਾਂ ਡੁੱਬ ਗਈ ਸੀ, ਇਹ ਕਿੱਥੋਂ ਆ ਕੇ ਬੈਠ ਕੇ। ਕਈਆਂ ਨੇ ਇੱਟਾਂ ਮਾਰੀਆਂ, ਕਈ ਕਹਿੰਦੇ ਕਮਲਾ। ਹੁਣ ਜਦੋਂ ਜੀਵ ਉਹਨਾਂ ਦੇ ਪਾਸ ਗਏ, ਫਿਰ ਉੱਥੋਂ ਮਹਾਰਾਜ ਨੇ ਪ੍ਰਚਾਰ ਸੀ ਜਿਹੜਾ ਇਹ ਕਰਨਾ ਫਿਰ ਸ਼ੁਰੂ ਕੀਤਾ।
ਫਿਰ ਉੱਥੋਂ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਫਿਰ ਉਦਾਸੀਆਂ 'ਤੇ ਚੱਲੇ। ਬਈ ਜਿਹੜੇ ਜੀਵ ਭੁੱਲ ਚੁੱਕੇ ਜਿੱਥੇ ਜਿੱਥੇ ਬੈਠੇ ਵੀ ਉੱਥੇ ਉੱਥੇ ਜਾ ਕੇ ਉਹਨਾਂ ਨੂੰ ਦੱਸੀਏ, ਮਾਲਕ ਦਾ ਭੇਤ ਦੇਖੀਏ। ਬਈ ਤਾਂ ਕਿ ਜੀਵ ਜਿਸ ਮਕਸਦ ਵਾਸਤੇ ਸੰਸਾਰ 'ਚ ਆਏ ਨੇ ਵੀ ਉਹਨਾਂ ਨੂੰ ਨਾਮ ਦਾ, ਸੱਚ ਦਾ ਭੇਤ ਆਵੇ ਅਤੇ ਮਾਲਕ 'ਚ ਭੇਦ ਹੋਣ। ਜਦੋਂ ਗੁਰਮੁਖ ਇਸ ਪਾਸੇ ਚੱਲਦੇ ਫਿਰ ਜਿਹੜਾ ਕਾਲ ਹੈ ਉਹ ਧਿਆਨ ਬਦਲਣ ਦੀ ਖਾਤਰ ਬਈ ਇੱਧਰ ਨੂੰ ਨਾ ਚੱਲਣ, ਉਹ ਫਿਰ ਸੰਸਾਰ ਦਾ ਉਹ ਪੂਰਾ ਜੋ ਵੀ ਬਈ ਇਹ ਕਾਲ ਦੇ ਵੱਸ ਹੈ, ਉਹ ਕਹਿੰਦਾ ਵੀ ਸਾਰਾ ਕੁਛ ਲੈ ਲਓ, ਜੋ ਤੁਹਾਨੂੰ ਚਾਹੀਦਾ ਉਹੀਓ ਦੇ ਦਿੰਦੇ ਆ, ਪਰ ਇਸ ਪਾਸੇ ਨਾ ਜਾਓ। ਉਹਦੇ ਵਾਸਤੇ ਫਿਰ ਜਿਹੜਾ ਮੋਦੀਖਾਨੇ ਦਾ ਮਾਲਕ ਸੀ ਉਹਨੇ ਆਫਰ ਭੇਜੀ ਵੀ ਜੋ ਤੁਹਾਨੂੰ ਮੋਦੀਖਾਨੇ 'ਚ ਅਹੁਦਾ ਚਾਹੀਦਾ ਉਹ ਅਹੁਦਾ ਲੈ ਲਓ, ਪਰ ਤੁਸੀਂ ਇਹ ਸੁਲਤਾਨਪੁਰ ਨੂੰ ਛੱਡ ਕੇ ਨਾ ਜਾਓ। ਪਰ ਜਿਹੜੇ ਗੁਰਮੁਖ ਹੁੰਦੇ ਉਹ ਇਹ ਚੀਜ਼ ਤੋਂ ਭੁਰਠੇ ਹੁੰਦੇ ਬਈ ਸੰਸਾਰ ਦੀਆਂ ਵਸਤੂਆਂ ਨਹੀਂ, ਬਈ ਉਹਨਾਂ ਨੂੰ ਤਾਂ ਜੋ ਮਾਲਕ ਨੇ ਡਿਊਟੀ ਲਾਈ ਵੀ ਉਹ ਕਰ, ਜਿਸ ਮਕਸਦ ਵਾਸਤੇ ਸੰਸਾਰ 'ਚ ਆਏ। ਸੋ ਇਸ ਵਾਸਤੇ ਫਿਰ ਉਦਾਸੀਆਂ 'ਤੇ ਚੱਲੇ। ਜਦੋਂ ਗਏ ਜੋਗੀਆਂ ਪਾਸ ਗਏ। ਜਿਹੜੇ ਜੋਗੀ ਸੀ ਉਹ ਸੁੰਨ ਤੱਕ ਜਾਂਦੇ ਸੀ। ਉਹ ਹੱਥ ਦੇ ਨਾਲ ਸਾਜ਼ ਕਿੰਗਰੀ ਵਜਾਈ ਜਾਂਦੇ, ਉਹਨੂੰ ਸੁਣੀ ਜਾਂਦੇ। ਸੁਣ ਕੇ ਉਹਦੇ ਨਾਲ ਸੁਰਤ ਜੋੜ ਕੇ ਉਹ ਸੁੰਨ ਤੱਕ ਚਲੇ ਜਾਂਦੇ। ਸੁੰਨ ਨੂੰ ਹੀ ਸਾਰਾ ਕੁਛ ਮੰਨਦੇ ਵੀ ਇੱਥੇ ਹੀ ਸੁੱਖ ਹੈ, ਇੱਥੇ ਹੀ ਆਨੰਦ ਹੈ, ਵੀ ਸਾਰਾ ਸੁੰਨ ਹੀ ਸੁੰਨ ਹੈ। ਜਦੋਂ ਮਹਾਰਾਜ ਉਹਨਾਂ ਪਾਸ ਗਏ ਫਿਰ ਉਹਨਾਂ ਨੂੰ ਸੁੰਨ ਤੋਂ ਅੱਗੇ ਦਾ ਭੇਜ ਦਿੱਤਾ ਵੀ ਇਹ ਜਿੱਥੇ ਤੁਸੀਂ ਸੁੰਨ 'ਚ ਜਾਂਦੇ ਹੋ, ਸੁੰਨ ਤੋਂ ਬਾਅਦ ਕਿਸੇ ਸਮੇਂ ਵੀ ਤੁਸੀਂ ਫੇਰ ਇੱਧਰ ਆ ਸਕਦੇ ਹੋ ਵਿਚਾਰਾਂ 'ਚ। ਕਾਲ ਫੇਰ ਇੱਧਰ ਲੈ ਕੇ ਆ ਸਕਦਾ ਸੀ, ਵਾਪਸ ਫੇਰ ਅਸੀਂ ਮੁੜ ਸਕਦੇ ਹਾਂ ਕਾਰਾਂ ਦੇ ਵਿੱਚ। ਹੁਣ ਤੁਸੀਂ ਇਹ ਸੁੰਨ ਦੇ ਵਿੱਚ ਇੱਥੇ ਸਮਾਉਣਾ ਨਹੀਂ, ਇੱਥੇ ਗਿਆਨ ਦੁਆਰਾ ਬੈਠਣਾ, ਜਾਗਣਾ। ਫਿਰ ਇੱਥੋਂ ਤੁਹਾਨੂੰ ਉਹ ਅਨਹਦ ਕਿੰਗਰੀ ਸੁਣਾਈ ਦੇਗੀ ਵੀ ਜਿਹੜੀ ਮਾਲਕ ਦੇ ਮੁਖ ਦੀ ਆਵਾਜ਼ ਹੈ, ਜਿਹਨੂੰ ਨਾਮ ਆਖੀਏ, ਨਾਦ ਆਖੀਏ। ਉਹ ਤਾਂ ਪਹਿਲਾਂ ਹੱਥ ਨਾਲ ਵਜਾਉਂਦੇ ਸੀ। ਮਹਾਰਾਜ ਕਹਿੰਦੇ ਵੀ ਹੱਥ ਨਾਲ ਨਹੀਂ, ਉਹ ਮਾਲਕ ਦੇ ਮੁਖ ਦੇ ਵਿੱਚੋਂ ਜਿਹੜੀ ਕਿੰਗਰੀ ਪ੍ਰਗਟ ਹੋ ਰਹੀ, ਤੁਸੀਂ ਉਹਨੂੰ ਸੁਣਨਾ। ਫਿਰ ਉਹ ਉੱਥੇ ਗਿਆਨ ਦੁਆਰਾ ਬੈਠੇ, ਜਿਸ ਨੂੰ ਮਹਾਰਾਜ ਕਹਿੰਦੇ ਉਪਜੇ ਸਹਿਜ ਗਿਆਨ ਮਤ ਜਾਗੇ, ਗੁਰ ਪ੍ਰਸਾਦ ਅੰਤਰ ਲਿਵ ਲਾਗੇ। ਜਦੋਂ ਬੈਠੇ ਤੇ ਫਿਰ ਉਹਨਾਂ ਨੂੰ ਉਹ ਅਨਹਦ ਕਿੰਗਰੀ ਜਦੋਂ ਸੁਣਾਈ ਦਿੱਤੀ, ਫਿਰ ਉਹ ਖੁਸ਼ ਹੋ ਗਏ ਪੂਰੇ ਵੀ ਹਾਂਜੀ ਵੀ ਹੁਣ ਅਸਲ ਆਨੰਦ। ਫਿਰ ਉਹਨਾਂ ਜੋਗੀਆਂ ਨੇ ਮੰਨਿਆ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਇਹ ਸਾਡੇ ਤੋਂ ਸੀਨੀਅਰ ਨੇ, ਵੀ ਸਾਡੇ ਤੋਂ ਵੱਧ ਇਹਨਾਂ ਨੂੰ ਭੇਤ, ਬਈ ਜਿੱਥੇ ਤੱਕ ਅਸੀਂ ਪਹੁੰਚੇ ਵੀ ਉਸ ਤੋਂ ਉੱਪਰ ਦੀ ਗੱਲ ਕਰਦੇ, ਉਸ ਤੋਂ ਅੱਗੇ ਦੀ ਗੱਲ ਕਰਦੇ। ਫਿਰ ਉਹ ਜੋਗੀਆਂ ਨੇ ਮੰਨਿਆ ਤੇ ਉਹ ਵੀ ਪਹੁੰਚ ਗਏ ਉੱਥੇ ਜਿੱਥੇ ਮਹਾਰਾਜ ਕਹਿ ਰਹੇ ਸੀ ਵੀ ਨਾਮ ਦੇ ਵਿੱਚ ਸਮਾਓ, ਨਾਮ ਦੇ ਨਾਲ ਜੁੜੋ, ਉਸ ਅਨਹਦ ਨਾਦ ਨੂੰ ਸੁਣੋ, ਜਿਸ ਨੂੰ ਮਹਾਰਾਜ ਕਹਿੰਦੇ ਸੁਨ ਸਮਾਦ ਅਨਹਤ ਹੈ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਫਿਰ ਉਹਨਾਂ ਨੇ ਸੁਣਿਆ ਨਾਦ ਨੂੰ, ਤੇ ਉਹ ਨਾਦ ਸਾਨੂੰ ਸੱਚ ਤੱਕ ਲੈ ਜਾਂਦਾ, ਮਾਲਕ ਤੱਕ, ਵੀ ਜਿੱਥੋਂ ਉਹ ਧੁਨ ਪੈਦਾ ਹੁੰਦੀ ਪਰਮਾਤਮਾ ਦੇ ਮੁਖ ਦੇ ਵਿੱਚੋਂ, ਤੇ ਉੱਥੇ ਹੀ ਸਾਨੂੰ ਵਾਪਸ ਲੈ ਜਾਂਦੀ। ਫਿਰ ਉਹ ਜੋਗੀਆਂ ਨੇ ਮੰਨਿਆ, ਫਿਰ ਅੱਗੇ ਸਿੱਧਾਂ ਕੋਲ ਗਏ। ਜਿਹੜੇ ਸਿੱਧ ਸੀ ਉਹ ਪਹਾੜਾਂ 'ਚ ਚਲੇ ਗਏ,
ਉਹ ਸਰੀਰ ਲੈ ਕੇ ਉੱਡ ਜਾਂਦੀ ਸੀ। ਸੰਸਾਰੀ ਜੀਵ ਉਹਨਾਂ ਦੀ ਗੱਲ ਨਾ ਸੁਣਦੇ, ਉਹ ਸੰਸਾਰ ਨੂੰ ਛੱਡ ਕੇ ਆਪਦਾ ਪਹਾੜਾਂ 'ਚ ਚਲੇ ਗਏ, ਉੱਚੇ ਥਾਵਾਂ 'ਤੇ, ਵੀ ਆਪਾਂ ਇਹ ਸੰਸਾਰੀਆਂ ਤੋਂ ਲੈਣਾ ਕੀ, ਛੱਡੋ ਇਹਨਾਂ ਨੂੰ। ਜਿਨ੍ਹਾਂ ਨੂੰ ਉੱਡਣਾ ਨਹੀਂ ਸੀ ਆਉਂਦਾ ਉਹਨੂੰ ਉਹ ਸਿੱਧ ਨਹੀਂ ਸੀ ਮੰਨਦੇ, ਸਿਣੇ ਸਰੀਰ ਹੀ ਉੱਡ ਜਾਂਦੀ ਸੀ। ਉੱਡ ਨਾ ਜਾਣੇ ਸਿੱਧ ਨਾ ਹੋਏ। ਹੁਣ ਉਹ ਵੀ ਅਨਹਦ ਬਾਣੀ ਤੱਕ ਪਹੁੰਚੇ ਸੀ, ਉਸ ਤੋਂ ਅੱਗੇ ਉਹਨਾਂ ਨੂੰ ਗਿਆਨ ਨਹੀਂ ਸੀ, ਭੇਤ ਨਹੀਂ ਸੀ, ਰਿੱਧੀਆਂ ਸਿੱਧੀਆਂ ਤੱਕ ਸੀ। ਜਦੋਂ ਗੁਰੂ ਨਾਨਕ ਪਾਤਸ਼ਾਹ ਉਹਨਾਂ ਪਾਸ ਚਲੇ ਗਏ, ਜਦੋਂ ਗਏ ਉਹਨਾਂ ਦੀਆਂ ਉਮਰਾਂ ਬਹੁਤ ਲੰਮੀਆਂ ਸੀ, ਸਵਾਸ ਰੋਕ ਲੈਂਦੇ ਸੀ ਅਤੇ ਉਮਰਾਂ ਕਈ ਸਦੀਆਂ ਤੱਕ ਵਧਾ ਕੇ ਲੈ ਜਾਂਦੀ ਸੀ। ਜਿਵੇਂ ਜੋਗੀ ਉਹਨਾਂ ਦੀ ਉਮਰ ਬਹੁਤ ਲੰਮੀ ਹੁੰਦੀ ਸੀ। ਹੁਣ ਇਸੇ ਤਰ੍ਹਾਂ ਹੀ ਉਹਨਾਂ ਦੀਆਂ ਉਮਰਾਂ ਬਹੁਤ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਉਦੋਂ ਉਮਰ ਥੋੜ੍ਹੀ ਸੀ, ਬਹੁਤੀ ਨਹੀਂ ਸੀ ਸੰਸਾਰੀ ਤੌਰ 'ਤੇ। ਉਹ ਉਹਨਾਂ ਨੂੰ ਬਾਲਾ ਹੀ ਕਹਿੰਦੇ ਸੀ, ਬਾਲਕ ਵੀ ਬੱਚਾ ਹੈ। ਉਹਨਾਂ ਦੀਆਂ ਉਮਰਾਂ ਬਹੁਤ ਵੱਡੀਆਂ ਸੀ। ਫਿਰ ਉਹਨਾਂ ਨੇ ਜੋ ਸਵਾਲ ਕੀਤੇ ਗੁਰੂ ਨਾਨਕ ਪਾਤਸ਼ਾਹ, ਜਿਹਨੂੰ ਗੁਰਬਾਣੀ 'ਚ ਸਿੱਧ ਗੋਸ਼ਟ ਦਾ ਨਾਂ ਦਿੱਤਾ, ਵੀ ਸਿੱਧਾਂ ਨਾਲ ਜਿਹੜੀ ਗੋਸ਼ਟ ਹੋਈ ਗੁਰੂ ਨਾਨਕ ਦੇਵ ਜੀ ਦੀ। ਸਿੱਧਾਂ ਨੇ ਐਸੇ ਸਵਾਲ ਗੁਰੂ ਨਾਨਕ ਪਾਤਸ਼ਾਹ ਨੂੰ ਕੀਤੇ ਵੀ ਜਿਹੜੇ ਆਮ ਅਸੀਂ ਸੰਸਾਰੀ ਜੀਵ ਹਾਂ, ਸਾਨੂੰ ਉਹ ਸਵਾਲ ਹੀ ਨਹੀਂ ਆ ਸਕਦੇ। ਸੰਸਾਰੀ ਜੀਵ ਦੇ ਇੱਦਾਂ ਦੇ ਸਵਾਲ ਨਹੀਂ, ਸੰਸਾਰੀ ਦੇ ਤਾਂ ਉਹ ਮਾਇਆ ਦੇ ਸਵਾਲ ਨੇ ਸੰਸਾਰ ਦੇ। ਹੁਣ ਉਹਨਾਂ ਦੇ ਜਿਹੜੇ ਸਵਾਲ ਉਹ ਅਧਿਆਤਮਕ ਨੇ, ਕਿਉਂਕਿ ਉਹਨਾਂ ਦੀ ਕਮਾਈ ਸੀ, ਪਰ ਉਹ ਵੀ ਰੁਕੇ ਹੋਏ ਸੀ, ਉਹਨਾਂ ਨੂੰ ਅੱਗੇ ਦਾ ਭੇਤ ਨਹੀਂ ਸੀ। ਸਿੱਧਾਂ ਨੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਜੋ ਸਵਾਲ ਕੀਤੇ, ਮਹਾਰਾਜ ਨੂੰ ਪੁੱਛਣ ਲੱਗੇ ਵੀ ਤੁਸੀਂ ਵੀ ਕਾਹਦੇ ਵਾਸਤੇ ਉਦਾਸੀਆਂ 'ਤੇ ਚੱਲੇ, ਵੀ ਇੱਥੇ ਤੁਸੀਂ ਪਹਾੜਾਂ ਦੇ ਵਿੱਚ ਕੀ ਲੈਣ ਵਾਸਤੇ ਆਏ। ਮਹਾਰਾਜ ਨੂੰ ਪੁੱਛਦੇ, ਕਹਿੰਦੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਬਈ ਤੁਸੀਂ ਕਾਹਦੇ ਲਈ ਇਹ ਉਦਾਸੀਆਂ 'ਤੇ ਚੱਲੇ, ਕਾਹਦੇ ਲਈ ਇਹ ਪਹਿਰਾਵਾ ਪਾਇਆ, ਵੀ ਕੀ ਕਰਨ ਵਾਸਤੇ ਇੱਥੇ ਆਏ। ਮਹਾਰਾਜ ਫਿਰ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਕਹਿੰਦੇ ਵੀ ਅਸੀਂ ਗੁਰਮੁਖਾਂ ਨੂੰ ਖੋਜਦੇ ਫਿਰਦੇ, ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਹੈ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਦਾਈ ਭੇਖ ਨਿਵਾਸੀ। ਬਈ ਗੁਰਮੁਖਾਂ ਨੂੰ ਲੱਭਦੇ ਹੋਏ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ। ਫਿਰ ਉਹ ਮਹਾਰਾਜ ਨੂੰ ਪੁੱਛਦੇ ਵੀ ਇਹ ਸੰਸਾਰ ਦੇ ਵਿੱਚ ਜੀਵ, ਵੀ ਜਿਹੜਾ ਮਨ ਹੈ, ਵੀ ਇਹਨੂੰ ਮਾਇਆ ਕਿਉਂ ਖਾਈ ਜਾਂਦੀ ਹੈ। ਮਾਇਆ ਨੂੰ ਨਾਗਣੀ ਕਹਿੰਦੇ, ਸਰਪਣੀ, ਜਿਹਨੂੰ ਮਹਾਰਾਜ ਕਹਿੰਦੇ ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਈ, ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਬਈ ਇਹ ਜਗਤ ਦੇ ਜੀਵਾਂ ਨੂੰ ਨਾਗਣੀ ਕਿਉਂ ਖਾਂਦੀ ਹੈ, ਵੀ ਕਿਉਂ ਇਹ ਮਾਇਆ ਇਹਨਾਂ ਨੂੰ ਖਾ ਰਹੀ ਹੈ, ਕਿਉਂ ਮਨ ਇਹ ਮਾਇਆ ਦੇ ਨਾਲ ਬੱਧਾ ਹੈ। ਹੁਣ ਇਹ ਮਾਇਆ ਦੇ ਨਾਲ ਬੱਧਾ ਹੋਇਆ ਇਹ ਛੁੱਟੇ ਕਿਵੇਂ, ਇਹਦਾ ਛੁਟਕਾਰਾ ਕਿਵੇਂ ਹੋਵੇ। ਜਿਹੜਾ ਮਨ ਹੈ ਇਹ ਨਿਰਮਲ ਕਿਵੇਂ ਹੋਵੇ, ਇਹਦੀ ਮੈਲ ਕਿਵੇਂ ਉਤਰੇ, ਇਹ ਅਗਿਆਨਤਾ ਦਾ ਹਨੇਰਾ ਖਤਮ ਕਿਵੇਂ ਹੋਵੇ। ਜਿਹੜਾ ਇਹ ਤੱਤ ਦੀ ਵਿਚਾਰ ਕਰਦਾ, ਅਸੀਂ ਉਹਨੂੰ ਆਪਦਾ ਗੁਰੂ ਮੰਨਦੇ। ਤੁਸੀਂ ਇਹਦੇ ਬਾਰੇ ਆਪਦੇ ਵਿਚਾਰ ਦੱਸੋ, ਤੁਹਾਡੇ ਕੀ ਵਿਚਾਰ। ਮਹਾਰਾਜ ਨੂੰ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਕਿਉਂ ਕਰ ਵਾਧਾ ਸਰਬਨ ਖਾਧਾ, ਕਿਉਂ ਕਰ ਖੋਇਆ ਕਿਉਂ ਕਰ ਲਾਧਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤੱਤ ਵਿਚਾਰੇ ਸੋ ਗੁਰੂ ਹਮਾਰਾ। ਇਹ ਸਵਾਲ ਗੁਰੂ ਨਾਨਕ ਦੇਵ ਜੀ ਨੂੰ ਕੀਤਾ ਉਹਨਾਂ ਨੇ, ਬਈ ਇਹ ਮਨ ਨੂੰ ਕਿਉਂ ਸਰਪਣੀ ਖਾਂਦੀ, ਵੀ ਇਹਦੇ 'ਤੇ ਤੁਸੀਂ ਆਪਦੇ ਵਿਚਾਰ ਦੱਸੋ। ਜਿਹੜਾ ਇਹ ਗਿਆਨ ਦੀ ਗੱਲ ਸਾਨੂੰ ਦੱਸੇ, ਬਈ ਉਹਨੂੰ ਅਸੀਂ ਆਪਦਾ ਗੁਰੂ ਮੰਨਦੇ।
ਫਿਰ ਮਹਾਰਾਜ ਉਹਨਾਂ ਨੂੰ ਦੱਸਣ ਲੱਗੇ ਵੀ ਇਹ ਮਨ ਨੂੰ ਸਰਪਣੀ ਤਾਂ ਖਾਂਦੀ ਕਿਉਂਕਿ ਇੱਥੇ ਆ ਕੇ ਦੁਬਦਾ ਦੇ ਵਿੱਚ ਪੈ ਜਾਂਦੀ, ਬੈਰ ਵਿਰੋਧ ਦੇ ਵਿੱਚ ਪੈ ਜਾਂਦੀ। ਮਹਾਰਾਜ ਕਹਿੰਦੇ ਦੁਰਮਤ ਵਾਧਾ ਸਰਪਣ ਖਾਧਾ, ਮਨਮੁਖ ਖੋਇਆ ਗੁਰਮੁਖ ਲਾਧਾ। ਬਈ ਜਿਹੜੇ ਦਾ ਮਨਮੁਖ ਸੀ ਉਹ ਇੱਥੇ ਆ ਕੇ ਐਸਾ ਦੁਬਦਾ 'ਚ ਪਏ ਵੀ ਉਹਨਾਂ ਨੇ ਆਪਦਾ ਜਿਹੜਾ ਜੀਵਨ ਸੀ ਉਹ ਇਹ ਦੁਬਦਾ ਦੇ ਵਿੱਚ ਪੈ ਕੇ ਖੋ ਲੈਂਦੇ, ਖਰਾਬ ਕਰ ਲੈਂਦੇ। ਜਨਮ ਪਦਾਰਥ ਦੁਬਦਾ ਖੋਵੇ, ਵੀ ਇਹ ਦੁਬਦਾ 'ਚ ਪਿਆ ਹੋਣ ਕਰਕੇ ਹੀ ਇਹਨੂੰ ਸਰਪਣੀ ਖਾ ਰਹੀ ਹੈ। ਜਿਹੜੇ ਗੁਰਮੁਖ ਨੇ ਉਹਨਾਂ ਨੇ ਤਾਂ ਸੱਚ ਨੂੰ ਲੱਭ ਲਿਆ, ਨਾਮ ਦਾ ਭੇਤ ਲੈ ਲਿਆ। ਜਿਹੜਾ ਮਨਮੁਖ ਹੈ ਉਹ ਦੁਬਦਾ 'ਚ ਪਿਆ ਹੋਇਆ ਤਾਂ ਉਹ ਜੀਵਨ ਦੀ ਬਾਜੀ ਨੂੰ ਹਾਰਤ। ਮਹਾਰਾਜ ਕਹਿੰਦੇ ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਬਈ ਜੇ ਸਤਿਗੁਰ ਨਾਲ ਮਿਲਾਪ ਹੋਵੇ ਤੇ ਅਗਿਆਨਤਾ ਦਾ ਹਨੇਰਾ ਖਤਮ ਹੁੰਦਾ, ਫਿਰ ਇਹ ਹਉਮੈ ਨੂੰ ਮਾਰ ਕੇ ਸੱਚ ਦੇ ਵਿੱਚ ਸਮਾਇਆ ਜਾ ਸਕਦਾ, ਮਾਲਕ ਨੂੰ ਮਿਲਿਆ ਜਾ ਸਕਦਾ। ਫਿਰ ਉਹ ਸੈਦਾ ਨੂੰ ਕਹਿੰਦੇ ਤੁਹਾਡਾ ਗੁਰੂ ਕੌਣ ਹੈ, ਤੁਸੀਂ ਆਪਦਾ ਕਿਹਨੂੰ ਗੁਰੂ ਮੰਨਦੇ? ਮਹਾਰਾਜ ਨੂੰ ਕਹਿੰਦੇ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਵੀ ਤੂੰ ਕਿਹਦਾ ਚੇਲਾ, ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਕਹਿੰਦੇ ਵੀ ਸਾਡਾ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਫਿਰ ਉਹਨਾਂ ਨੂੰ ਉਹ ਸ਼ਬਦ ਗੁਰੂ ਦਾ ਭੇਤ ਦਿੱਤਾ ਵੀ ਤੁਸੀਂ ਇਹ ਅਨਹਦ ਬਾਣੀ ਤੋਂ ਅੱਗੇ ਉਹ ਸ਼ਬਦ ਗੁਰੂ ਨਾਲ ਜੁੜੋ, ਨਾਦ ਦੇ ਨਾਲ ਜੁੜੋ। ਜਦੋਂ ਉਹਨਾਂ ਨੂੰ ਸਮਝਾਇਆ, ਭੇਤ ਦਿੱਤਾ, ਉਹਨਾਂ ਨੇ ਉਹ ਸ਼ਬਦ ਗੁਰੂ ਨਾਮ ਨੂੰ ਸੁਣਿਆ ਤੇ ਫਿਰ ਉਹਨਾਂ ਸਿੱਧਾ ਨੇ ਮੰਨਿਆ ਬਈ ਸਾਤੋਂ ਇਹਨਾਂ ਨੂੰ ਵੱਧ ਭੇਤ, ਸਾਤੋਂ ਅੱਗੇ ਦੀ ਗੱਲ ਕਰਦੀ। ਜਾਣੀ ਦੀ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਭੁੱਲੇ ਹੋਏ ਜੀਵਾਂ ਨੂੰ ਸਮਝਾਉਣ ਵਾਸਤੇ ਜੋਗੀਆਂ ਕੋਲ ਗਏ, ਸਿੱਧਾਂ ਕੋਲ ਗਏ, ਮੱਕੇ ਗਏ। ਇਸ ਤਰ੍ਹਾਂ ਫਿਰ ਸਾਰੀਆਂ ਜਿਹੜੀਆਂ ਚਾਰ ਉਦਾਸੀਆਂ ਜਿੱਥੇ ਜਿੱਥੇ ਜੀ ਵਸਦੇ ਸੀ ਉਹਨਾਂ ਨੂੰ ਜਾ ਕੇ ਸੱਚ ਤੇ ਨਾਮ ਦਾ ਭੇਦ ਦਿੱਤਾ ਤੇ ਉਹਨਾਂ ਨੇ ਫਿਰ ਮੰਨਿਆ ਵੀ ਜੋ ਇਹ ਕਹਿ ਰਹੇ ਇਹ ਠੀਕ ਕਹਿ ਰਹੇ ਨੇ। ਉਹਨਾਂ ਦਾ ਨਾਂ ਹੀ ਫਿਰ ਨਿਰੰਕਾਰੀ ਪਾ ਦਿੱਤਾ ਵੀ ਇਹ ਨਿਰੰਕਾਰ ਦੇ ਨਾਲ ਜੋੜਦੇ, ਨਾਨਕ ਨਿਰੰਕਾਰੀ, ਵੀ ਇਹ ਨਿਰੰਕਾਰ ਦਾ ਭੇਦ ਦਿੰਦੇ ਪਰਮੇਸ਼ਰ ਦਾ ਤੇ ਉਹਦੇ ਨਾਲ ਜੋੜਦੇ, ਨਿਰੰਕਾਰ ਦੇ ਨਾਲ। ਸੋ ਇਸੇ ਤਰ੍ਹਾਂ ਹੀ ਫਿਰ ਹੁਣ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਨਿਰੰਕਾਰ ਦੇ ਨਾਲ ਜੁੜੋ, ਵਾਹਿਗੁਰੂ ਨਾਲ ਜੁੜੋ ਜਿਹਨੇ ਤੁਹਾਨੂੰ ਪੈਦਾ ਕੀਤਾ। ਸਤਿਗੁਰ ਦਾ ਖਿਤਾਬ ਗੁਰੂ ਨਾਨਕ ਪਾਤਸ਼ਾਹ ਨੂੰ, ਉਹੀਓ ਸਤਿਗੁਰ ਦਾ ਖਿਤਾਬ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ। ਹੁਣ ਇਹ ਵੀ ਆਪਾਂ ਨੂੰ ਸੱਚ ਤੇ ਨਾਮ ਦੇ ਨਾਲ ਜੋੜਦੇ। ਜਿਵੇਂ ਗੁਰੂ ਨਾਨਕ ਦੇਵ ਜੀ ਸੰਸਾਰ 'ਚ ਆਏ, ਉਹਨਾਂ ਨੇ ਕਿਸੇ ਨੂੰ ਆਪਦੇ ਸਰੀਰ ਨਾਲ ਨਹੀਂ ਜੋੜਿਆ, ਆਪਣੇ ਨਾਲ ਨਹੀਂ ਜੋੜਿਆ, ਉਹਨਾਂ ਨੇ ਅੱਗੇ ਸੱਚ ਤੇ ਨਾਮ ਦੇ ਨਾਲ ਜੋੜਿਆ ਜਿਹਦੇ ਨਾਲ ਉਹ ਆਪ ਜੁੜੇ ਹੋਏ। ਤੇ ਇਸੇ ਤਰ੍ਹਾਂ ਹੀ ਹੁਣ ਗੁਰਬਾਣੀ ਗੁਰੂ ਆਪਾਂ ਨੂੰ ਉਹ ਸੱਚ ਤੇ ਨਾਮ ਦੇ ਨਾਲ ਜੋੜਦੇ। ਗੁਰੂ ਨਾਨਕ ਦੇਵ ਜੀ ਨੂੰ ਜਿਨ੍ਹਾਂ ਨੇ ਮੰਨਿਆ, ਜਿਨ੍ਹਾਂ ਨੇ ਉਹਨਾਂ ਦੇ ਬਚਨਾਂ ਨੂੰ ਮੰਨਿਆ, ਉਹ ਸੱਚ ਦੇ ਨਾਮ ਦੇ ਨਾਲ ਜੁੜ ਗਏ ਤੇ ਉਹ ਆਪਣੇ ਘਰ ਚਲੇ ਗਏ, ਮਾਲਕ ਨਾਲ ਉਹਨਾਂ ਦਾ ਮਿਲਾਪ ਹੋ ਗਿਆ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ, ਇਹਨਾਂ ਦਾ ਕਹਿਣਾ ਮੰਨਾਂਗੇ, ਸਾਨੂੰ ਉਹ ਸ਼ਬਦ ਗੁਰੂ ਨਾਮ ਨਾਲ ਜੋੜ ਦੇਣਗੇ ਜਿਹਦੇ ਨਾਲੋਂ ਅਸੀਂ ਟੁੱਟੇ। ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਬਈ ਜਦੋਂ ਅਸੀਂ ਗੁਰੂ ਸਾਹਿਬਾਨਾਂ ਦਾ ਕਹਿਣਾ ਮੰਨਾਂਗੇ,
ਅਸੀਂ ਉਹ ਸ਼ਬਦ ਗੁਰੂ ਨਾਲ ਜੁੜ ਜਾਵਾਂਗੇ ਨਾਮ ਦੇ ਨਾਲ, ਜਿਹਤੋਂ ਸਾਡੀ ਸੁਰਤੀ ਟੁੱਟੀ ਅੰਦਰੋਂ। ਹੁਣ ਆਪਾਂ ਨੂੰ ਫਿਰ ਕੀ ਕਹਿੰਦੇ ਵੀ ਸ਼ਬਦ ਤੱਕ ਪਹੁੰਚਣ ਵਾਸਤੇ ਤੁਸੀਂ ਸਿਮਰਨ ਕਰੋ। ਹੁਣ ਆਓ ਜੋ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਸਮਝਾਇਆ ਬਈ ਜਿਸ ਨਾਮ ਦੇ ਨਾਲੋਂ ਅਸੀਂ ਟੁੱਟੇ ਉਹਦੇ ਤੱਕ ਪਹੁੰਚਣ ਵਾਸਤੇ ਤੁਸੀਂ ਮਾਲਕ ਦਾ ਸਿਮਰਨ ਕਰੋ। ਸਿਮਰਨ ਕਰਕੇ ਉਹ ਨਾਮ ਤੱਕ ਪਹੁੰਚੋ, ਨਾਮ ਦੇ ਨਾਲ ਜੁੜੋ। ਆਓ ਹੁਣ ਨਾਮ ਤੱਕ ਪਹੁੰਚਣ ਵਾਸਤੇ ਆਪਾਂ ਇਹ ਸਿਮਰਨ ਅਭਿਆਸ ਕਰਨਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖੋ, ਜਦੋਂ ਆਪਾਂ ਇਹ ਸਿਮਰਨ ਕਰਦੇ, ਜੋ ਸਤਿਗੁਰੂ ਫਿਰ ਆਪਾਂ ਨੂੰ ਕਹਿ ਰਹੇ ਉਹਨਾਂ ਦੇ ਬਚਨਾਂ ਨੂੰ ਆਪਾਂ ਮੰਨਾਂਗੇ, ਫਿਰ ਹੀ ਅਸੀਂ ਸਮਝ ਲਓ ਵੀ ਗੁਰੂ ਸਾਹਿਬਾਨਾਂ ਨੂੰ ਮੰਨ ਰਹੇ। ਅਸਲ ਮੰਨਣਾ ਕੀ ਹੁੰਦਾ? ਉਹਨਾਂ ਦਾ ਬਚਨ ਮੰਨਣਾ। ਜੋ ਹੁਣ ਆਪਾਂ ਗੁਰੂ ਸਾਹਿਬਾਨਾਂ ਦੀ ਪ੍ਰਕਾਸ਼ ਦਿਹਾੜੀ ਮਨਾਉਂਦੇ ਹਾਂ, ਇਹਦਾ ਮਕਸਦ ਇਹੀ ਹੁੰਦਾ ਵੀ ਜੋ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ, ਅਸੀਂ ਉਹ ਉਪਦੇਸ਼ ਨੂੰ ਸੁਣ ਕੇ ਉਹਨੂੰ ਕਮਾਈਏ, ਉਹਨੂੰ ਮੰਨੀਏ, ਤਾਂ ਕਿ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਮਾਨਸ ਜਾਮਾ, ਉਹ ਸਾਡਾ ਮਕਸਦ ਪੂਰਾ ਹੋ ਸਕੇ। ਅਸੀਂ ਵਾਹਿਗੁਰੂ ਨਿਰੰਕਾਰ ਦੇ ਨਾਲ ਮਿਲਾਪ ਕਰ ਸਕੀਏ। ਸੋ ਇਹੋ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਇਸ ਲੋਕ ਦੇ ਵਿੱਚ ਸਾਰਾ ਭੇਦ ਦਿੱਤਾ ਵੀ ਕਿਵੇਂ ਅਸੀਂ ਮਾਲਕ ਤੋਂ ਵਿਛੜੇ, ਕਿਵੇਂ ਅਸੀਂ ਵਾਪਸ ਮਾਲਕ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ, ਕਿਵੇਂ ਅਸੀਂ ਸਦਾ ਵਾਸਤੇ ਅਮਰ ਹੋਣਾ, ਨਿਰੰਕਾਰ ਦੇ ਵਿੱਚ ਅਭੇਦ ਹੋਣਾ। ਸੋ ਜੋ ਅੱਜ ਦਾ ਦਿਹਾੜਾ, ਇੱਕ ਵਾਰ ਫਿਰ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਜੋ ਸਤਿਗੁਰੂ ਆਪਾਂ ਨੂੰ ਸਮਝਾ ਰਹੇ ਵੀ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ।
ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਤਾਂ ਕਿ ਜੋ ਸਾਡੇ ਜੀਵਨ ਦਾ ਮਕਸਦ ਉਹ ਪੂਰਾ ਹੋ ਸਕੇ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਨੂੰ ਸਤਿਗੁਰਾਂ ਨੇ ਆ ਕੇ ਸਮਝਾਇਆ ਇਸ ਲੋਕ ਦੇ ਵਿੱਚ, ਜੋ ਸਾਨੂੰ ਗੁਰਬਾਣੀ ਗੁਰੂ ਰਾਹੀਂ ਭੇਜਦੇ ਰਹੇ, ਉਹ ਜੋ ਬੜਾ ਸੌਖਾ ਕਰਕੇ ਆਪਾਂ ਨੂੰ ਸਮਝਣ ਗੋਚਰਾ ਕਰਾਇਆ ਸਰਲ ਅਰਥਾਂ 'ਚ, ਵੀ ਤਾਂ ਕਿ ਹਰ ਇੱਕ ਜੀਵ ਨੂੰ ਸਮਝ ਲੱਗ ਜੇ ਅਤੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਸਕੀਏ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸੰਗਤ ਕਰਨੀ ਹੁੰਦੀ ਵੀ ਤਾਂ ਕਿ ਸਾਡਾ ਜਿਹੜਾ ਮਨੋਰਥ ਜੀਵਨ ਦਾ ਉਹ ਪੂਰਾ ਹੋ ਸਕੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।